ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮਸਲੇ, ਅੱਜ ਦੀਆਂ ਗੱਲਾਂ ਬਾਤਾਂ ਜਿਨ੍ਹਾਂ ਦੇ ਉੱਤੇ ਕੈਨੇਡਾ ਦੇ ਵਿੱਚ ਗੱਲਬਾਤ ਹੁੰਦੀ ਰਹੀ ਹੈ, ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਅੱਜ ਗੱਲਬਾਤ ਕਰਾਂਗੇ। ਕੈਮਲੂਪਸ ਦੇ ਵਿੱਚ ਰੈਜ਼ੀਡੈਂਸ਼ੀਅਲ ਸਕੂਲਾਂ ਦਾ ਮਾਮਲਾ ਸਾਹਮਣੇ ਆਇਆ ਸੀ, 1 ਸਾਲ ਹੋ ਗਿਆ ਅੱਜ, ਉਹਦੇ ਬਾਰੇ ਗੱਲਬਾਤ ਕਰਾਂਗੇ। ਵੈਨਕੂਵਰ ਦੇ ਵਿੱਚ ਗਰੋਸਰੀ ਸਟੋਰਾਂ ਬਾਰੇ ਕੁਝ ਖਾਸ ਖਬਰ ਨੇ, ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਕੈਨੇਡਾ ਦੇ ਵਿੱਚ ਗੈਸ ਦੀਆਂ ਕੀਮਤਾਂ ਵੱਧ ਨੇ, ਆਪਾਂ ਸਾਰੇ ਜਾਣਦੇ ਨੇ ਕਿਉਂ ਵੱਧ ਨੇ, ਇਹਦੇ ਬਾਰੇ ਗੱਲਬਾਤ ਕਰਾਂਗੇ। ਤੇ BC ਦੇ ਵਿੱਚ ਜੇਕਰ ਦੰਦਾਂ ਦਾ ਇਲਾਜ ਕਰਾਉਣਾ ਤਾਂ ਉਡੀਕ ਲੰਬੀ ਹੋ ਰਹੀ ਆ, ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਹੋਰ ਗੰਭੀਰ ਹੋ ਸਕਦੇ ਆ, ਇਹਦੇ 'ਤੇ ਕੁਛ ਗੱਲਾਂ ਬਾਤਾਂ। ਤੇ ਕੈਨੇਡਾ ਦੇ ਵਿੱਚ ਬੇਬੀ ਫਾਰਮੂਲਾ ਨਹੀਂ ਮਿਲ ਰਿਹਾ, ਕਾਫੀ ਦਿਨਾਂ ਤੋਂ ਗੱਲਬਾਤ ਚੱਲ ਰਹੀ ਹੈ, ਇਹਦੇ ਬਾਰੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ। ਸਭ ਤੋਂ ਪਹਿਲੀ ਗੱਲਬਾਤ ਰੈਜ਼ੀਡੈਂਸ਼ੀਅਲ ਸਕੂਲਾਂ ਬਾਰੇ। ਅੱਜ ਤੋਂ 1 ਸਾਲ ਪਹਿਲਾਂ ਯਾਨੀ ਕਿ 24 ਮਈ 2021 ਨੂੰ ਇੱਕ ਮਾਮਲਾ ਸਾਹਮਣੇ ਆਇਆ ਸੀ। ਬ੍ਰਿਟਿਸ਼ ਕੋਲੰਬੀਆ ਦਾ ਇੱਕ ਸ਼ਹਿਰ ਕੈਮਲੂਪਸ ਦੇ ਵਿੱਚ ਅਨਮਾਰਕਡ ਗ੍ਰੇਵਸ ਮਿਲੀਆਂ ਸੀ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੇ ਨੇੜਿਓਂ। ਭਾਵ ਲੋਕਾਂ ਦੇ ਲਈ ਇੱਕ ਬਹੁਤ ਵੱਡੀ ਗੱਲ ਸਾਹਮਣੇ ਆਈ ਸੀ ਵੀ ਇਹ ਲਾਸ਼ਾਂ ਕਿਹਦੀਆਂ ਨੇ ਇੱਥੇ, ਔਰ ਉਹ ਦੱਸਿਆ ਗਿਆ ਸੀ ਕਿ ਬੱਚਿਆਂ ਦੀਆਂ ਨੇ। ਇੱਕ ਜਿਹੜੇ ਪੈਨੀਟ੍ਰੇਸ਼ਨ ਰਡਾਰ ਸੀਗੇ ਉਹ ਚਲਾਏ ਗਏ, ਮਤਲਬ ਇੱਕ ਮਸ਼ੀਨ ਜ਼ਮੀਨ ਦੇ ਉੱਤੇ ਚਲਾਈ ਗਈ। ਮਸ਼ੀਨ ਨੇ ਦੱਸਿਆ ਕਿ ਥੱਲੇ ਇੰਨੀ ਦੂਰੀ ਦੇ ਉੱਤੇ ਇੰਨੀਆਂ ਡੈੱਡ ਬੋਡੀਜ਼ ਪਈਆਂ ਨੇ, ਕਿਸੇ ਵੇਲੇ ਇੱਥੇ ਦਬੀਆਂ ਗਈਆਂ। ਉਹਦੇ ਤੋਂ ਬਾਅਦ ਲੋਕਾਂ ਦੇ ਵਿੱਚ ਹੋਰ ਜ਼ਿਆਦਾ ਚਰਚਾ ਚੱਲੀ ਰੈਜ਼ੀਡੈਂਸ਼ੀਅਲ ਸਕੂਲਾਂ ਬਾਰੇ। ਕੈਨੇਡਾ ਦੇ ਇਤਿਹਾਸ ਦਾ ਇੱਕ ਬਹੁਤ ਕਾਲਾ ਪੰਨਾ ਰੈਜ਼ੀਡੈਂਸ਼ੀਅਲ ਸਕੂਲ, ਜਿਹਦੇ ਉੱਤੇ ਹੁਣ ਜਿਹੜੇ ਵੱਖ-ਵੱਖ ਆਰਗੇਨਾਈਜੇਸ਼ਨ ਨੇ ਉਹ ਮਾਫੀ ਵੀ ਮੰਗ ਚੁੱਕੀਆਂ ਨੇ। ਇਸ ਤੋਂ ਬਾਅਦ 1 ਸਾਲ ਪਹਿਲਾਂ ਜਦੋਂ ਕੈਮਲੂਪਸ ਦੇ ਵਿੱਚ ਇਹ ਬੱਚਿਆਂ ਦੀਆਂ ਡੈੱਡ ਬੋਡੀਜ਼ ਦੀਆਂ ਜਿਹੜੀਆਂ ਅਨਮਾਰਕਡ ਗ੍ਰੇਵਸ ਮਿਲੀਆਂ ਸੀ, ਉਹਦੇ ਤੋਂ ਬਾਅਦ ਫਿਰ ਇਹ ਸਿਲਸਿਲਾ ਸ਼ੁਰੂ ਹੋਇਆ। ਕਦੇ ਅਲਬਰਟਾ ਦੇ ਵਿੱਚ, ਕਦੇ ਸਸਕਾਚਵਨ ਦੇ ਵਿੱਚ ਸਿਲਸਿਲਾ ਲਗਾਤਾਰ ਚੱਲਦਾ ਰਿਹਾ। ਅੱਜ ਜਦੋਂ ਇਹਨੂੰ 1 ਸਾਲ ਹੋ ਚੁੱਕਿਆ ਤਾਂ ਇਸ 1 ਸਾਲ ਤੋਂ ਬਾਅਦ ਅੱਜ ਪ੍ਰਾਈਮ ਮਿਨਿਸਟਰ ਵੀ ਉੱਥੇ ਗਏ ਆ ਕੈਮਲੂਪਸ ਦੇ ਵਿੱਚ। ਉੱਥੇ ਕੁਝ ਲੋਕਾਂ ਨੇ ਉਹਨਾਂ ਦਾ ਸਵਾਗਤ ਵੀ ਕੀਤਾ ਤੇ ਕੁਝ ਲੋਕਾਂ ਨੇ ਨਾਅਰੇ ਵੀ ਲਾਏ ਵੀ ਇਹ ਲੈਂਡ ਜਿਹੜੀ ਕੈਨੇਡੀਅਨਸ ਦੀ ਆ ਤੇ ਇਹਦੇ ਉੱਤੇ ਸਾਡਾ ਹੱਕ ਆ। ਤਰ੍ਹਾਂ ਦੀਆਂ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ। ਰੈਜ਼ੀਡੈਂਸ਼ੀਅਲ ਸਕੂਲ ਕੀ ਸੀ ਪਤਾ ਪਹਿਲਾਂ ਵੀ ਲੋਕਾਂ ਨੂੰ ਸੀਗਾ, 1 ਸਾਲ ਪਹਿਲਾਂ ਵੀ ਲੋਕਾਂ ਨੂੰ ਪਤਾ ਸੀ। ਪਰ ਸਾਲ ਪਹਿਲਾਂ ਜਦੋਂ ਕੈਮਲੂਪਸ ਵਾਲੀ ਘਟਨਾ ਵਾਪਰਦੀ ਆ, ਇਹ ਇੱਕ ਰਹੱਸ ਸਾਹਮਣੇ ਆਉਂਦਾ। ਉਹਦੇ ਤੋਂ ਬਾਅਦ ਆਮ ਲੋਕਾਂ ਤੱਕ ਇਹ ਗੱਲ ਪਹੁੰਚੀ ਮੀਡੀਆ ਦੇ ਰਾਹੀਂ ਕਿ ਰੈਜ਼ੀਡੈਂਸ਼ੀਅਲ ਸਕੂਲ ਕੀ ਸੀ, ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਕੀ ਸੀ। ਚਰਚ ਅਤੇ ਕੈਨੇਡਾ ਦੀ ਸਰਕਾਰ ਕੁਝ ਸਕੂਲ ਚਲਾਉਂਦੀ ਸੀ। ਉਹ ਸਕੂਲਾਂ ਦੇ ਵਿੱਚ ਜਿਹੜੇ ਇੰਡੀਜੀਨੀਅਸ ਲੋਕ ਨੇ, ਇੱਥੋਂ ਦੇ ਮੂਲ ਨਿਵਾਸੀ ਨੇ, ਉਹਨਾਂ ਦੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਸੀ। ਸਰਕਾਰ ਤੇ ਚਰਚ ਦਾ ਇਹ ਪੱਖ ਸੀ ਵੀ ਇਹ ਲੋਕ ਪਛੜੇ ਆ, ਇਹਨਾਂ ਨੂੰ ਪਤਾ ਕੁਛ ਨਹੀਂ, ਇਹਨਾਂ ਨੂੰ ਅਸੀਂ ਸੱਭਿਅਕ ਬਣਾਉਣਾ, ਸਿਵਲਾਈਜ਼ਡ ਬਣਾਉਣਾ, ਇਹਨਾਂ ਨੂੰ ਆਧੁਨਿਕ ਬਣਾਉਣਾ, ਮਾਡਰਨ ਬਣਾਉਣਾ, ਇਸ ਕਰਕੇ ਇਹਨਾਂ ਨੂੰ ਪੜ੍ਹਾਈ ਜ਼ਰੂਰੀ ਆ, ਅੰਗਰੇਜ਼ੀ ਸਿਖਾਉਣੀ ਜ਼ਰੂਰੀ ਆ, ਇਹਨਾਂ ਦਾ ਰਹਿਣ ਸਹਿਣ ਬਾਕੀ ਲੋਕਾਂ ਵਰਗਾ ਜ਼ਰੂਰੀ ਆ, ਇਹਨਾਂ ਦਾ ਸਾਰਾ ਕੁਝ ਠੀਕ ਠਾਕ ਕਰਨਾ ਜ਼ਰੂਰੀ ਆ। ਦੂਜੇ ਪਾਸੇ ਦੂਜਾ ਤਸਵੀਰ ਦਾ ਪਾਸਾ ਇਹ ਸੀ ਕਿ ਕੀਤਾ ਕੀ ਜਾ ਰਿਹਾ ਸੀ, ਉਹਨਾਂ ਦਾ ਕਲਚਰਲ ਜੈਨੋਸਾਈਡ ਕੀਤਾ ਜਾ ਰਿਹਾ ਸੀ। ਉਹਨਾਂ ਦੇ ਛੋਟੇ ਬੱਚਿਆਂ ਨੂੰ ਚੱਕ ਕੇ ਘਰਾਂ ਦੇ ਵਿੱਚੋਂ ਲਿਜਾ ਕੇ ਨਾ ਸਕੂਲਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਸੀ। ਸਾਰਾ ਸਾਲ ਉਹਨਾਂ ਨੂੰ ਉੱਥੇ ਰੱਖਿਆ ਜਾਂਦਾ ਸੀ, ਘਰ ਵੀ ਨਹੀਂ ਸੀ ਜਾਣ ਦਿੱਤਾ। ਉਹਨਾਂ ਦੀ ਭਾਸ਼ਾ, ਉਹਨਾਂ ਨੂੰ ਬੋਲਣ ਦੀ ਆਗਿਆ ਨਹੀਂ ਸੀ। ਉਹਨਾਂ ਦੇ ਕੱਪੜੇ ਬਦਲ ਦਿੱਤੇ ਜਾਂਦੇ ਸੀ, ਉਹਨਾਂ ਦੇ ਵਾਲ ਕੱਟ ਦਿੱਤੇ ਜਾਂਦੇ ਸੀ। ਇਹਨਾਂ ਦੇ ਵਿੱਚ ਕੁਝ ਕਲਚਰ ਦੇ ਵਿੱਚ ਇਹ ਰਿਵਾਜ ਆ ਕਿ ਆਪਣੇ ਵਾਲ ਰੱਖਦੇ ਆ। ਸੋ ਉਹ ਸਾਰਾ ਕੁਝ ਜਦੋਂ ਵਾਪਰਿਆ ਤਾਂ ਉਹਦੇ ਤੋਂ ਬਾਅਦ ਫਿਰ ਲੋਕਾਂ ਨੂੰ 1 ਸਾਲ ਪਹਿਲਾਂ ਇਹ ਗੱਲਬਾਤ ਪਤਾ ਲੱਗੀ ਸੀ। ਪਰ ਜਿਹੜੇ ਇਹ ਮੂਲ ਨਿਵਾਸੀ ਭਾਈਚਾਰੇ ਦੇ ਲੋਕ ਨੇ, ਇਹ ਕਹਿੰਦੇ ਤੁਹਾਨੂੰ 1 ਸਾਲ ਪਹਿਲਾਂ ਇਹ ਗੱਲਬਾਤ ਪਤਾ ਲੱਗੀ, ਸਾਨੂੰ ਪਹਿਲਾਂ ਹੀ ਪਤਾ ਸੀ ਵੀ ਇੱਥੇ ਕਬਰਾਂ ਹੈਗੀਆਂ, ਸਾਨੂੰ ਪਹਿਲਾਂ ਹੀ ਪਤਾ ਕਿ ਸਾਡੇ ਭਾਈਚਾਰੇ ਦੇ ਨਿਆਣੇ ਇੱਥੇ ਦੱਬੇ ਪਏ ਆ। ਔਰ ਜਿੱਥੇ ਉਹਨਾਂ ਨੂੰ ਸ਼ੱਕ ਸੀ ਵੀ ਇੱਥੇ ਦੱਬੇ ਪਏ ਆ, ਉੱਥੇ ਹੀ ਉਹਨਾਂ ਨੇ ਜਿਹੜਾ ਉਹ ਰਡਾਰ ਸੀ ਉਹਦੇ ਨਾਲ, ਪੈਨੀਟ੍ਰੇਸ਼ਨ ਦੇ ਨਾਲ ਉਹਨੂੰ ਲੱਭਣਾ ਸ਼ੁਰੂ ਕੀਤਾ। ਜਿਵੇਂ ਇੱਕ ਘਾਹ ਕੱਟਣ ਵਾਲੀ ਮਸ਼ੀਨ ਹੁੰਦੀ ਹੈ, ਇਸ ਤਰ੍ਹਾਂ ਦੀ ਇੱਕ ਮਸ਼ੀਨ ਉਹ ਜ਼ਮੀਨ ਦੇ ਉੱਤੇ ਚਲਾਉਂਦੇ ਆ। ਉਹ ਜ਼ਮੀਨ ਦੇ ਵਿੱਚੋਂ ਫਿਰ ਜਿਸ ਤਰ੍ਹਾਂ ਅਲਟਰਾਸਾਊਂਡ ਕੀਤਾ ਜਾਂਦਾ ਸਾਡੀ ਬਾਡੀ ਦਾ, ਇੱਦਾਂ ਦੀਆਂ ਤਸਵੀਰਾਂ ਉਹਦੇ 'ਚ ਆ ਜਾਂਦੀਆਂ, ਜਿਹਦੇ ਤੋਂ ਪਤਾ ਲੱਗ ਜਾਂਦਾ ਕਿ ਇੰਨੀ ਥਾਂ ਦੇ ਉੱਤੇ ਇੰਨੀਆਂ ਡੈੱਡ ਬੋਡੀਜ਼ ਇੱਥੇ ਪਈਆਂ ਨੇ। ਉਹ ਗੱਲਾਂ ਬਾਤਾਂ ਫਿਰ ਜਦੋਂ ਸਾਹਮਣੇ ਆਈਆਂ, ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕੈਮਲੂਪਸ ਦੇ ਵਿੱਚ ਸੋਮਵਾਰ ਕੱਲ੍ਹ ਪਹੁੰਚੇ ਆ। ਉੱਥੇ ਉਹ ਉਹਨਾਂ ਦੇ ਕੌਂਸਲ ਮੈਂਬਰਸ ਨੂੰ ਅਤੇ ਦੂਜਿਆਂ ਨੂੰ ਮਿਲੇ ਆ। ਜਿੱਦਾਂ ਪਹਿਲਾਂ ਦੱਸਿਆ ਕਿ ਬਹੁਤ ਸਾਰੇ ਲੋਕਾਂ ਨੇ ਗੱਲਾਂ ਬਾਤਾਂ ਉੱਥੇ ਉਹਨਾਂ ਦੇ ਹੱਕ ਦੇ ਵਿੱਚ ਕੀਤੀਆਂ। ਜਸਟਿਨ ਟਰੂਡੋ ਹੋਰਾਂ ਨੇ ਵੀ ਕਿਹਾ ਕਿ ਅਸੀਂ ਬਹੁਤ ਕੁਛ ਕੀਤਾ ਹੈ ਅਤੇ ਬਹੁਤ ਕੁਛ ਹੋਰ ਕਰਨ ਦੀ ਲੋੜ ਆ। ਅਤੇ ਪਰ ਉੱਥੇ ਇਹਦੇ ਨਾਲ ਨਾਅਰੇ ਵੀ ਲੱਗਿਆ ਕਿ ਕੈਨੇਡਾ ਇਜ਼ ਆਲ ਇੰਡੀਅਨ ਲੈਂਡ, ਜਾਂ ਵੀ ਡੋਂਟ ਨੀਡ ਯੂਰ ਕੌਨਸਟੀਟਿਊਸ਼ਨ, ਇਸ ਤਰ੍ਹਾਂ ਦੇ ਨਾਅਰੇ ਵੀ ਭੀੜ ਨੇ ਉੱਥੇ ਲਾਏ ਆ। ਜਸਟਿਨ ਟਰੂਡੋ ਹੋਰਾਂ ਨੇ ਕਿਹਾ ਕਿ ਹੀਲਿੰਗ ਜਿਹੜੀ ਉਹ ਇੰਨੀ ਈਜ਼ੀ ਨਹੀਂ ਹੈ, ਇੱਕ ਬਹੁਤ ਲੰਬਾ ਸਫ਼ਰ ਆ। ਸੋ ਫੈਡਰਲ ਸਰਕਾਰ ਪਹਿਲਾਂ ਹੀ $320 ਮਿਲੀਅਨ ਰੈਜ਼ੀਡੈਂਸ਼ੀਅਲ ਸਕੂਲ ਸਾਈਟਸ ਦੀਆਂ ਸਰਚਸ ਦੇ ਲਈ ਸਪੋਰਟ ਅਤੇ ਸਰਵਾਈਵਰ ਫੈਮਿਲੀ ਲਈ ਦੇ ਚੁੱਕੀ ਆ। ਇਹ ਗੱਲਬਾਤ ਵੀ ਇਸੇ ਤਰ੍ਹਾਂ ਚੱਲਦੀ ਆ। ਜਿਹੜੀ ਪ੍ਰੀਲਿਮਿਨਰੀ ਇਨਫੋਰਮੇਸ਼ਨ ਸੀਗੀ ਉਹ ਵੀ ਮਈ ਦੇ ਵਿੱਚ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ 215 ਅਨਮਾਰਕਡ ਚਿਲਡਰਨ ਦੀਆਂ ਜਿਹੜੀਆਂ ਬਰੂਟਲ ਸਾਈਟਸ ਆ ਇਹਨਾਂ ਸਕੂਲਸ ਦੇ ਨੇੜੇ ਲੱਭੀਆਂ ਸੀ। ਸੋ 27 ਮਈ ਨੂੰ ਇਹਨਾਂ ਨੇ ਫਸਟ ਨੇਸ਼ਨ ਨੇ ਇਹਨਾਂ ਫਾਈਂਡਿੰਗਸ ਨੂੰ ਪਹਿਲੀ ਵਾਰੀ
ਪੂਰੀ ਦੁਨੀਆ ਦੇ ਸਾਹਮਣੇ ਲਿਆਂਦਾ ਸੀ ਤੇ ਪੂਰੇ ਦੇਸ਼ ਦੇ ਵਿੱਚ ਜਿੱਥੇ-ਜਿੱਥੇ ਇੰਡੀਜੀਨੀਅਸ ਲੋਕ ਰਹਿੰਦੇ ਸੀ ਉਹਨਾਂ ਦੇ ਵਿੱਚ ਦੁੱਖ ਵੀ ਸੀਗਾ, ਗੁੱਸਾ ਵੀ ਸੀਗਾ। ਔਰ ਅਸੀਂ ਇਹ ਵੀ ਜਾਣਦੇ ਹਾਂ ਕਿ ਪੋਪ ਫਰਾਂਸਿਸ ਉਹਨਾਂ ਨੇ ਵੀ ਆਪਣਾ ਕਨਫਰਮ ਕੀਤਾ ਪਲਾਨ ਕੈਨੇਡਾ ਵਿਜ਼ਿਟ ਦੇ ਲਈ ਜੁਲਾਈ ਦੇ ਵਿੱਚ, ਪਰ ਉਹਨਾਂ ਨੇ ਕੈਮਲੂਪਸ ਨਹੀਂ ਆਉਣਾ। ਇਸੇ ਤਰ੍ਹਾਂ ਮੰਗ ਕੀਤੀ ਜਾ ਰਹੀ ਹੈ ਕੁਈਨ ਦੇ ਕੋਲੋਂ ਕਿ ਉਹ ਵੀ ਇਸ ਮਾਮਲੇ ਦੇ ਵਿੱਚ ਮੁਆਫੀ ਮੰਗਣ। ਪੋਪ ਪਹਿਲਾਂ ਹੀ ਇਸ ਮਾਮਲੇ ਦੇ ਵਿੱਚ ਆਪਣੀ ਜਿਹੜਾ ਦੁੱਖ ਉਹ ਪ੍ਰਗਟਾਵਾ ਕਰ ਚੁੱਕੇ ਨੇ। ਸੋ ਅੱਜ ਜਦੋਂ 1 ਸਾਲ ਹੋ ਚੁੱਕਿਆ ਉਹਨਾਂ ਫਾਈਂਡਿੰਗਸ ਨੂੰ, ਉਹਦੇ ਤੋਂ ਬਾਅਦ ਬਹੁਤ ਸਾਰੀਆਂ ਜਿਹੜੇ ਤੱਥ ਨੇ ਉਹ ਹੋਰ ਲੱਭਣ ਦੀ ਲੋੜ ਆ। ਤੇ ਸਾਨੂੰ ਘੱਟੋ ਘੱਟ ਪਤਾ ਜ਼ਰੂਰ ਹੋਣਾ ਚਾਹੀਦਾ ਕਿ ਅਸੀਂ ਜਿਸ ਧਰਤੀ ਦੇ ਉੱਤੇ ਰਹਿ ਰਹੇ ਹਾਂ, ਜਿਸ ਧਰਤੀ ਦੇ ਸਾਰੀਆਂ ਸੁੱਖ ਸਹੂਲਤਾਂ ਅਸੀਂ ਮਾਣ ਰਹੇ ਹਾਂ, ਉਹ ਅਸਲ ਧਰਤੀ ਦੇ ਮਾਲਕ ਕੌਣ ਨੇ, ਇਹਦੇ ਵਾਰਸ ਅਸਲ ਦੇ ਵਿੱਚ ਕੌਣ ਨੇ। ਸਾਨੂੰ ਉਹਨਾਂ ਦਾ ਸਤਿਕਾਰ, ਉਹਨਾਂ ਦੀ ਇਸ ਧਰਤੀ ਦਾ ਸਤਿਕਾਰ ਕਰਨਾ ਚਾਹੀਦਾ। ਤੇ ਉਹਨਾਂ ਲੋਕਾਂ ਦੇ ਜਿੱਥੇ-ਜਿੱਥੇ, ਕਿਉਂਕਿ ਉਹ ਲੋਕ ਬੜੇ ਅਜੇ ਵੀ ਉਹਨਾਂ ਲੋਕਾਂ ਦੇ ਨਾਲ ਜਦੋਂ ਤੁਸੀਂ ਗੱਲਬਾਤ ਕਰਦੇ ਆ, ਉਹਨਾਂ ਲੋਕਾਂ ਦਾ ਨੇਚਰ ਦੇ ਪ੍ਰਤੀ, ਕੁਦਰਤ ਦੇ ਪ੍ਰਤੀ ਬਹੁਤ ਵੱਡਾ ਸਤਿਕਾਰ ਆ। ਧਰਤੀ ਨੂੰ ਉਹ ਮਾਤਾ ਮੰਨਦੇ ਆ, ਮਾਂ ਮੰਨਦੇ ਆ, ਮਦਰ ਅਰਥ ਕਹਿੰਦੇ ਆ। ਉਹਨਾਂ ਦੇ ਕਹਿਣ ਅਨੁਸਾਰ ਮਨੁੱਖ ਨੇ ਇਸ ਧਰਤੀ ਨੂੰ ਖਰਾਬ ਕਰ ਦਿੱਤਾ ਕਿ ਜਿਹੜਾ ਤੁਸੀਂ ਸੱਭਿਅਕ ਹੋਏ ਆ, ਜਿੰਨੇ ਤੁਸੀਂ ਮਾਡਰਨ ਹੋਏ ਆ, ਉਹ ਸਾਰੇ ਕੁਛ ਨੇ ਅਸਲ ਦੇ ਵਿੱਚ ਤੁਹਾਡਾ ਨੁਕਸਾਨ ਕੀਤਾ। ਜੇ ਮਨੁੱਖ ਨੇ ਰੋਟੀ ਖਾਣੀ ਆ, ਜੇ ਮਨੁੱਖ ਨੇ ਭੋਜਨ ਹੀ ਖਾਣਾ ਤੇ ਰਹਿਣਾ ਹੀ ਆ, ਤੇ ਉਹ ਤਾਂ ਮਨੁੱਖ ਪਹਿਲਾਂ ਵੀ ਬਹੁਤ ਚੰਗੇ ਤਰੀਕੇ ਨਾਲ ਰਹਿ ਰਿਹਾ ਸੀ। ਸਗੋਂ ਅੱਜ ਉਹ ਕਹਿੰਦੇ ਕਿ ਤੁਸੀਂ ਸਾਰਾ ਕੁਝ ਖਰਾਬ ਕਰ ਦਿੱਤਾ। ਉਹਨਾਂ ਦੀ ਇੱਕ ਆਪਣੀ ਧਾਰਨਾ ਆ, ਉਹਨਾਂ ਦਾ ਇੱਕ ਵਿਊ ਪੁਆਇੰਟ ਆ। ਤੇ ਘੱਟੋ ਘੱਟ ਅੱਜ ਜਦੋਂ 1 ਸਾਲ ਹੋ ਚੁੱਕਿਆ ਕੈਮਲੂਪਸ ਦੀਆਂ ਇਹਨਾਂ ਅਨਮਾਰਕਡ ਗ੍ਰੇਵਸ ਬਾਰੇ ਸਾਨੂੰ ਪਤਾ ਲੱਗੇ ਨੂੰ, ਤਾਂ ਸਾਨੂੰ ਉਹਨਾਂ ਲੋਕਾਂ ਨੂੰ ਯਾਦ ਜ਼ਰੂਰ ਕਰਨਾ ਚਾਹੀਦਾ। ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਦਾ ਨਹੀਂ, ਕੈਨੇਡਾ ਦਾ ਬਹੁਤ ਪ੍ਰਸਿੱਧ ਸ਼ਹਿਰ ਆ। ਤੇ ਇੱਥੇ ਬਹੁਤ ਸੰਘਣੀ ਵਸੋਂ ਵੀ ਆ। ਇੱਥੇ ਦੇ ਰੈਂਟ, ਇੱਥੋਂ ਦੇ ਘਰਾਂ ਦੀ ਕੀਮਤ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੀ ਆ। ਇਹਦਾ ਕਾਰਨ ਇੱਕ ਇਹ ਵੀ ਆ ਕਿ ਇੱਥੇ ਲੋਕ ਰਹਿਣਾ ਚਾਹੁੰਦੇ, ਇੱਥੇ ਸਹੂਲਤਾਂ ਬਹੁਤ ਨੇ ਤੇ ਸਹੂਲਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ। ਇਹਨਾਂ ਵੱਧਦੀਆਂ ਸਹੂਲਤਾਂ ਦੇ ਵਿੱਚ ਹੁਣ ਇੱਕ ਨਵਾਂ ਕਨਸੈਪਟ ਜਿਹੜਾ ਚੱਲਦਾ ਕਿਸੇ ਵੀ ਸ਼ਹਿਰ ਦੇ ਲਈ ਕਿ ਵੈਨਕੂਵਰ ਦੇ ਵਿੱਚ ਰਹਿਣ ਵਾਲੇ ਲੋਕ ਗਰੋਸਰੀ ਸਟੋਰਾਂ ਤੱਕ 15 ਮਿੰਟ ਦੇ ਵਿੱਚ ਤੁਰ ਕੇ ਜਾ ਸਕਦੇ ਆ। ਮਤਲਬ ਇੱਕ ਜਿਹੜਾ ਸਸਟੇਨੇਬਲ ਕਮਿਊਨਿਟੀ ਡਿਜ਼ਾਈਨ ਆ, ਐਕਸਪਰਟ ਦੱਸ ਰਹੇ ਆ ਕਿ ਉਹਦੇ ਅਨੁਸਾਰ ਵੈਨਕੂਵਰ ਬਿਲਕੁਲ ਫਿੱਟ ਬਹਿੰਦਾ ਆ। ਪਤਾ ਲੱਗਿਆ ਕਿ 80% ਦੇ ਲੋਕ, ਜਾਣੀ ਵੈਨਕੂਵਰ ਦੀ 80% ਪਾਪੂਲੇਸ਼ਨ ਗਰੋਸਰੀ ਸਟੋਰ ਤੱਕ ਜਿਹੜਾ ਹੌਲੀ ਹੌਲੀ ਤੁਰ ਕੇ ਵੀ ਜਾਣ ਤਾਂ 15 ਮਿੰਟਾਂ ਦੇ ਵਿੱਚ ਉਹ ਨੇੜੇ ਦੇ ਗਰੋਸਰੀ ਸਟੋਰ ਤੱਕ ਪਹੁੰਚ ਸਕਦੇ ਆ। ਭਾਵ ਇੱਥੇ ਸਹੂਲਤਾਂ ਇੰਨੀਆਂ ਜ਼ਿਆਦਾ ਆ ਕਿ ਤੁਹਾਨੂੰ ਗਰੋਸਰੀ ਸਟੋਰ 15 ਮਿੰਟ ਦੀ ਦੂਰੀ ਦੇ ਉੱਤੇ ਮਿਲ ਜਾਂਦਾ। ਤੇ 99% ਲੋਕ ਆ ਜੀ ਆਪਣਾ ਬਾਈਕ ਲੈ ਕੇ ਜਾਣ ਤਾਂ ਉਹ 15 ਮਿੰਟਾਂ ਦੇ ਵਿੱਚ ਗਰੋਸਰੀ ਸਟੋਰ ਦੇ ਉੱਤੇ ਪਹੁੰਚ ਜਾਣ। ਇਹ ਇੱਕ ਵੈਨਕੂਵਰ ਦੀ ਖਾਸੀਅਤ ਆ ਜਿਹਦੇ ਕਰਕੇ ਲੋਕ ਇੱਥੇ ਰਹਿਣਾ ਚਾਹੁੰਦੇ ਆ। ਜਿਹੜਾ ਆਈਡੀਆ ਆ 15 ਮਿੰਟ ਸਿਟੀ ਦਾ, ਜਿੱਥੇ ਹਰ ਇੱਕ ਬੰਦਾ ਆਪਣੀਆਂ ਸਾਰੀਆਂ ਜ਼ਰੂਰਤਾਂ 15 ਮਿੰਟ ਦੀ ਦੂਰੀ ਦੇ ਉੱਤੇ ਬਾਈਕ ਦੇ ਨਾਲ ਜਾਂ ਤੁਰ ਕੇ ਪੂਰੀਆਂ ਕਰ ਸਕਦਾ ਆ। ਇਹ ਹੁਣ ਅਰਬਨ ਪਲੈਨਰ ਜਿਹੜੇ ਨੇ, ਸ਼ਹਿਰਾਂ ਦੀ ਪਲੈਨਿੰਗ ਕਰਨ ਵਾਲੇ ਲੋਕ ਨੇ, ਉਹ ਪੂਰੀ ਦੁਨੀਆ ਦੇ ਵਿੱਚ 2016 ਤੋਂ ਬਾਅਦ ਇਹਦੇ ਉੱਤੇ ਜ਼ਿਆਦਾ ਕੰਮ ਕਰ ਰਹੇ ਆ। ਸ਼ਹਿਰ ਦੀ ਡਿਵੈਲਪਮੈਂਟ ਇੱਦਾਂ ਦੀ ਹੋਣੀ ਚਾਹੀਦੀ ਆ ਕਿ ਉਹਨਾਂ ਕੋਲ ਸਾਰਾ ਕੁਝ ਬਿਨਾਂ ਕਾਰ ਤੋਂ, ਬਿਨਾਂ ਬੱਸ ਤੋਂ, ਬਿਨਾਂ ਟ੍ਰੇਨ ਤੋਂ, ਬਿਨਾਂ ਕਿਸੇ ਵਹੀਕਲ ਦਾ ਯੂਜ਼ ਕੀਤਿਆਂ, ਇਹਨਾਂ ਜਿਹਦੇ ਵਿੱਚ ਕਿ ਫੋਸਲ ਫਿਊਲ ਖਾਸ ਤੌਰ ਦੇ ਉੱਤੇ ਜਾਂ ਦੂਜੀ ਐਨਰਜੀ ਦੀ ਕੰਜ਼ੰਪਸ਼ਨ ਹੁੰਦੀ ਆ, ਬੰਦਾ ਤੁਰ ਕੇ ਜਾ ਕੇ ਲੈ ਆਵੇ। ਜਿੰਨੀ ਗਰੋਸਰੀ ਸਟੋਰ ਦੂਰ ਹੋਣਗੇ ਉਨੀਆਂ ਕਾਰਾਂ ਦੀ ਵੱਧ ਵਰਤੋਂ ਹੋਊਗੀ, ਉਨੀਆਂ ਟਰਾਂਸਪੋਰਟੇਸ਼ਨ ਦੇ ਮੀਨਸ ਵੱਧ ਵਰਤੇ ਕੀਤੇ ਜਾਣਗੇ ਤੇ ਉਹਨਾਂ ਪੋਲਿਊਸ਼ਨ ਜ਼ਿਆਦਾ ਹੋਊਗਾ। ਇਹ ਅੱਜ ਦਾ ਸਮਾਂ ਮੰਗ ਨਹੀਂ ਕਰ ਰਿਹਾ। ਸ਼ਹਿਰਾਂ ਦੀ ਡਿਵੈਲਪਮੈਂਟ ਇਸ ਤਰੀਕੇ ਨਾਲ ਹੋਣੀ ਚਾਹੀਦੀ ਆ ਕਿ ਸਾਰੀਆਂ ਸਹੂਲਤਾਂ 15 ਮਿੰਟ ਦੀ ਦੂਰੀ ਦੇ ਉੱਤੇ, ਵਾਕਿੰਗ ਡਿਸਟੈਂਸ ਦੇ ਉੱਤੇ ਹੋਵੇ। ਤੇ ਇਹਦੇ ਅਨੁਸਾਰ 80% ਕਹਿੰਦੇ ਵੈਨਕੂਵਰ ਦੇ ਲੋਕ ਜਿਹੜੇ ਆ ਇਹਦੇ ਉੱਤੇ ਪੂਰੇ ਹੈਗੇ ਆ। ਤੇ ਜਿਹੜਾ ਕਲਾਈਮੇਟ ਐਮਰਜੈਂਸੀ ਐਕਸ਼ਨ ਪਲਾਨ ਆ ਉਹਦੇ ਅਨੁਸਾਰ 90% ਲੋਕ ਜਿਹੜੇ ਆ ਉਹ ਆਪਣੇ ਡੇਲੀ ਨੀਡਸ ਦੇ ਨੇੜੇ ਤੇੜੇ ਹੋਣੇ ਚਾਹੀਦੇ ਆ। ਤੇ 2030 ਤੱਕ ਇੱਥੇ ਜਿਹੜੇ ਲੋਕ ਨੇ ਵੈਨਕੂਵਰ ਦੇ ਵਿੱਚ, 2030 ਤੱਕ 90% ਵੈਨਕੂਵਰ ਦੇ ਲੋਕ ਆਪਣੇ 15 ਮਿੰਟ ਦੀ ਦੂਰੀ ਦੇ ਉੱਤੇ ਜਿਹੜੀਆਂ ਵੀ ਉਹਨਾਂ ਦੀਆਂ ਮੁੱਢਲੀਆਂ ਲੋੜਾਂ ਆ ਉਹਨੂੰ ਪੂਰੀਆਂ ਕਰ ਸਕਣਗੇ। ਇਹ ਇੱਕ ਗੋਲ ਵੀ ਆ ਤੇ ਇਹ ਦੱਸਦੇ ਆ ਕਿ ਇਹ ਚੰਗੀ ਚੀਜ਼ ਵੀ ਆ। ਰਿਸਰਚਰਸ ਦੱਸ ਰਹੇ ਆ ਕਿ ਜਿਹੜੇ ਪਲੈਨਰ ਨੇ, ਸਿਟੀ ਪਲੈਨਰ ਨੇ, ਉਹ ਇਸ ਚੀਜ਼ ਨੂੰ ਪ੍ਰਾਇਓਰਟਾਈਜ਼ ਕਰ ਰਹੇ ਆ ਹੁਣ ਕਿ ਕਿੱਥੇ ਗਰੋਸਰੀ ਸਟੋਰ ਹੋਣਾ ਚਾਹੀਦਾ, ਕਿਸ ਤਰੀਕੇ ਦੇ ਨਾਲ ਉੱਥੇ ਪਹੁੰਚਣਾ ਚਾਹੀਦਾ। ਇਹਨੂੰ ਖਾਸ ਤੌਰ ਦੇ ਉੱਤੇ ਖਾਸ ਤਵੱਜੋ ਦਿੱਤੀ ਜਾ ਰਹੀ ਆ। ਤੇ ਅਸੀਂ ਵੈਨਕੂਵਰ ਦੇ ਵਿੱਚ ਰਹਿਣ ਵਾਲੇ ਲੋਕ ਬਹੁਤ ਨੇੜੇ ਨੇ। ਜਿਹੜੇ ਫਾਰਮਰ ਵੈਨਕੂਵਰ ਚੀਫ ਪਲੈਨਰ ਨੇ ਬ੍ਰੈਂਟ ਟੋਡੇਰੀਅਨ, ਉਹਨਾਂ ਨੇ ਵੀ ਕਿਹਾ ਕਿ 15 ਮਿੰਟ ਸਿਟੀ ਇੱਕ ਰਿਲੇਟਿਵਲੀ ਨਵੀਂ ਟਰਮ ਆ ਅਰਬਨ ਪਲੈਨਿੰਗ ਦੇ ਵਿੱਚ। ਪਰ ਵੈਨਕੂਵਰ
ਉਹਦੇ ਵਿੱਚ ਬਿਲਕੁਲ ਪੂਰਾ ਮਤਲਬ ਉਹਦੇ ਉੱਤੇ ਉਤਰ ਰਿਹਾ ਆ ਤੇ 80% ਦੇ ਕਰੀਬ ਲੋਕ ਇੱਥੇ ਆਪਣੀਆਂ ਗਰੋਸਰੀ ਸਟੋਰ, ਚਾਈਲਡ ਕੇਅਰ, ਹੈਲਥ ਕੇਅਰ, ਸ਼ਾਪਿੰਗ ਸੈਂਟਰ, ਜਿਹੜਾ ਸਾਰਾ ਕੁਝ ਇਕੱਠਾ ਮੰਨਿਆ ਜਾਂਦਾ ਉਹਦੇ ਤੱਕ 15 ਮਿੰਟ ਦੇ ਵਿੱਚ 80% ਪਹੁੰਚਦੇ ਆ ਤੇ ਹੌਲੀ ਹੌਲੀ ਇਹ ਗਿਣਤੀ ਜਿਹੜੀ ਆ 90% ਦੇ ਉੱਤੇ ਪਹੁੰਚ ਜਾਊਗੀ। ਵੈਨਕੂਵਰ ਸਹੂਲਤਾਂ ਦੇ ਪੱਖੋਂ ਇੱਕ ਬਹੁਤ ਵਧੀਆ ਸ਼ਹਿਰ ਤੇ ਇਹ ਵੀ ਇੱਕ ਕਾਰਨ ਆ ਕਿ ਲੋਕ ਇੱਥੇ ਬਹੁਤ ਜ਼ਿਆਦਾ ਆਉਣ ਨੂੰ ਤਰਜੀਹ ਦਿੰਦੇ ਆ ਤੇ ਇੱਥੋਂ ਬਾਹਰ ਜਾਣਾ ਪਸੰਦ ਨਹੀਂ ਕਰਦੇ। ਗੈਸ ਦੀਆਂ ਕੀਮਤਾਂ ਕੈਨੇਡਾ ਦੇ ਵਿੱਚ ਲਗਾਤਾਰ ਚਰਚਾ ਦੇ ਵਿੱਚ ਨੇ ਤੇ ਸਵਾਲ ਇਹ ਪੈਦਾ ਹੁੰਦਾ ਕਿ ਗੈਸ ਦੀਆਂ ਕੀਮਤਾਂ ਵੱਧਦੀਆਂ, ਗੈਸ ਦੀਆਂ ਕੀਮਤਾਂ ਦੇ ਲਈ ਜ਼ਿੰਮੇਵਾਰ ਕੌਣ ਆ ਤੇ ਦੂਜੀ ਗੱਲਬਾਤ ਇਹ ਆ ਕਿ ਇਹਦੇ ਵਿੱਚੋਂ ਫਾਇਦਾ ਕੌਣ ਚੱਕ ਰਿਹਾ। ਕੀ ਜਿਹੜੇ ਗੈਸ ਸਟੇਸ਼ਨ ਮਾਲਕ ਨੇ ਉਹ ਇਹਦੇ ਵਿੱਚੋਂ ਫਾਇਦਾ ਚੱਕ ਰਿਹਾ, ਕੀ ਸਰਕਾਰ ਨੇ ਟੈਕਸ ਜ਼ਿਆਦਾ ਲਾਇਆ ਉਹਨੂੰ ਇਹਦੇ ਵਿੱਚੋਂ ਫਾਇਦਾ ਹੋ ਰਿਹਾ, ਕੀ ਜਿਹੜੀਆਂ ਕੰਪਨੀਆਂ ਕਰੂਡ ਆਇਲ ਨੂੰ ਰਿਫਾਈਨ ਕਰ ਰਹੀਆਂ ਉਹਨੂੰ ਇਹਦੇ ਵਿੱਚੋਂ ਮਾਰਜਨ ਜ਼ਿਆਦਾ ਹੋ ਰਿਹਾ, ਜਾਂ ਜਿਹੜਾ ਦੇਸ਼ ਕਰੂਡ ਆਇਲ ਜਿੱਥੋਂ ਨਿਕਲ ਰਿਹਾ ਉਹ ਇਹਦੇ ਵਿੱਚੋਂ ਜ਼ਿਆਦਾ ਜਿਹੜੀ ਮਾਰਜਨ ਉਹ ਕਮਾ ਰਿਹਾ। ਪਿਛਲੇ ਸਾਲ ਦੇ ਮੁਕਾਬਲੇ ਗੈਸ ਪ੍ਰਾਈਸ 50% ਤੋਂ ਜ਼ਿਆਦਾ ਤਾਂ ਚਲੇ ਗਏ ਆ ਤੇ $2 ਦੇ ਨੇੜੇ ਤੇੜੇ ਇਸ ਵੇਲੇ ਗੈਸ ਰਹਿਣੀ ਆਮ ਗੱਲ ਹੋ ਗਈ ਆ। ਜਦੋਂ ਦੇਖਦੇ ਹਾਂ ਕਿ ਇਹਦੀ ਜਿਹੜੀ ਕਾਸਟ ਕੀ ਆ, ਇਹਦੇ ਪਿੱਛੇ ਕਾਰਨ ਕੀ ਆ ਕਿ ਇਹ ਵੱਧਦੀ ਕਿਉਂ ਆ ਤੇ ਇਹਦੇ ਵਿੱਚ ਸਭ ਤੋਂ ਵੱਧ ਫਾਇਦਾ ਕੌਣ ਚੁੱਕ ਰਿਹਾ, ਮਾਹਰ ਦੱਸਦੇ ਆ ਕਿ ਇਹਨੂੰ 4 ਹਿੱਸਿਆਂ ਦੇ ਵਿੱਚ ਵੰਡ ਕੇ ਦੇਖਿਆ ਜਾ ਸਕਦਾ। ਸਭ ਤੋਂ ਪਹਿਲੀ ਮਹੱਤਵਪੂਰਨ ਚੀਜ਼ ਆ ਕਰੂਡ ਆਇਲ ਦੀ ਕੀਮਤ, ਕਰੂਡ ਆਇਲ ਦਾ ਪ੍ਰਾਈਸ ਕੀ ਆ, ਉਹ ਮੈਜੋਰਿਟੀ ਚੀਜ਼, ਵੱਡੀ ਚੀਜ਼ ਉਹ ਨਿਰਧਾਰਿਤ ਕਰਦਾ। ਦੂਜੇ ਨੰਬਰ ਤੇ ਆਉਂਦਾ ਕਿ ਜਿਹੜੀ ਕੰਪਨੀ ਇਹਨੂੰ ਰਿਫਾਈਨ ਕਰ ਰਹੀ ਆ, ਕਰੂਡ ਆਇਲ ਤੋਂ ਗੈਸੋਲੀਨ ਬਣਾਉਣ ਵਾਲੀ ਕੰਪਨੀ ਇਹਦੇ ਵਿੱਚੋਂ ਕਿੰਨਾ ਪ੍ਰੋਫਿਟ ਕਮਾ ਰਹੀ ਆ। ਤੀਜੀ ਜਿਹੜੀ ਫੈਕਟਰ ਇਹਦੇ ਵਿੱਚ ਹੈਗਾ ਗੈਸ ਸਟੇਸ਼ਨ ਦੇ, ਜਿਸ ਗੈਸ ਸਟੇਸ਼ਨ ਤੁਸੀਂ ਗੈਸ ਪਾਉਨੇ ਆ ਉਹਦਾ ਮਾਰਜਨ ਕੀ ਹੈ ਤੇ ਉਹ ਇਹਦੇ ਵਿੱਚੋਂ ਕਿੰਨੀ ਕੁ ਕਮਾਈ ਕਰ ਰਿਹਾ। ਤੇ ਅਗਲੀ ਜਿਹੜੀ ਗੱਲਬਾਤ ਇਹਦੇ ਵਿੱਚ ਰਹਿ ਜਾਂਦੀ ਆ ਉਹ ਹੈਗਾ ਕਿ ਇਹਦੇ 'ਚ ਟੈਕਸ ਕਿੰਨੇ ਨੇ, ਫੈਡਰਲ ਸਰਕਾਰ ਦੇ, ਪ੍ਰੋਵਿੰਸ਼ੀਅਲ ਸਰਕਾਰ ਦੇ, ਤੇ ਬਾਕੀ ਟੈਕਸ ਕਿੰਨੇ ਨੇ ਤੇ ਕਿਹੜੀ ਚੀਜ਼ ਜ਼ਿਆਦਾ ਇੰਪੈਕਟ ਕਰ ਰਹੀ ਹੈ ਇਸ ਵੇਲੇ ਵੱਧਦੀਆਂ ਕੀਮਤਾਂ ਨੂੰ ਤੇ ਕਿਹਦੇ ਹੱਥ ਦੇ ਵਿੱਚ ਆ ਇਹ। ਕੀ ਗੈਸ ਸਟੇਸ਼ਨ ਓਨਰ ਜੇ ਆਪਣਾ ਮਾਰਜਨ ਘਟਾ ਲਵੇ ਤਾਂ ਗੈਸ ਦੀਆਂ ਕੀਮਤਾਂ ਥੱਲੇ ਆ ਸਕਦੀਆਂ, ਜਾਂ ਸਰਕਾਰ ਆਪਣਾ ਟੈਕਸ ਘਟਾ ਲਵੇ ਗੈਸ ਦੀਆਂ ਕੀਮਤਾਂ ਥੱਲੇ ਆ ਸਕਦੀਆਂ। ਇਹਦੇ ਲਈ ਵੱਡੇ ਤੌਰ ਤੇ ਜ਼ਿੰਮੇਵਾਰ ਕੌਣ ਆ? ਜਿਹੜਾ ਮੇਨ ਪ੍ਰਾਇਮਰੀ ਫੈਕਟਰ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੀ ਗੈਸ ਦੀ ਤੇ ਡੀਜ਼ਲ ਦੀ ਹਾਈ ਪ੍ਰਾਈਸ ਦੇ ਲਈ ਉਹ ਕਰੂਡ ਆਇਲ ਆ। ਕਰੂਡ ਆਇਲ ਦੀ ਬੈਰਲ ਕਿੰਨੇ ਦੀ ਆ, ਸਾਰੀ ਗੱਲਬਾਤ ਇਹਦੇ ਉੱਤੇ ਨਿਰਭਰ ਕਰਦੀ ਆ ਤੇ ਇਹ ਕੈਨੇਡਾ ਸਰਕਾਰ ਦੇ ਵੀ ਹੱਥ ਵੱਸ ਬਹੁਤੀ ਨਹੀਂ ਆ। ਜਿਹੜੀ 75% ਜ਼ਿਆਦਾ ਕਾਸਟ ਕਰ ਰਹੀ ਹੈ ਇਸ ਵੇਲੇ ਮਈ 2021 ਨਾਲੋਂ, ਇੱਕ ਪਿਛਲੇ ਸਾਲ ਦੇ ਮੁਕਾਬਲੇ ਇਸ ਵੇਲੇ ਕਰੂਡ ਆਇਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਵੱਧ ਚੁੱਕੀਆਂ। ਦੂਜੇ ਨੰਬਰ ਦੇ ਉੱਤੇ ਜਿਹੜੇ ਟੈਕਸ ਨੇ, ਇਹਦੇ ਗੈਸੋਲੀਨ ਦੇ ਉੱਤੇ ਟੈਕਸ ਕਿੰਨੇ ਲੱਗ ਰਹੇ ਨੇ, ਪ੍ਰੋਵਿੰਸ਼ੀਅਲ ਕਿੰਨੇ ਨੇ ਤੇ ਫੈਡਰਲ ਕਿੰਨੇ ਨੇ। ਹੁਣ ਫੈਡਰਲ ਕਾਰਬਨ ਟੈਕਸ ਜਿਹੜਾ ਹੈਗਾ ਆ ਉਹ 11 ਸੈਂਟ ਇਹਦੇ ਉੱਤੇ ਲੱਗਦਾ ਹੈ ਤੇ ਇਹਦੀ ਕਾਸਟ ਨੂੰ ਵਧਾ ਦਿੰਦਾ ਆ, ਜਿਹਦੀ ਬਹੁਤ ਸਾਰੀ ਆਲੋਚਨਾ ਵੀ ਹੁੰਦੀ ਹੈ ਕਿ ਇਹਨੂੰ ਘਟਾਉਣਾ ਚਾਹੀਦਾ ਹੈ। ਪੋਲੀਟੀਕਲ ਐਂਗਰ ਵੀ ਇੱਕ ਵੱਖਰੇ ਤਰ੍ਹਾਂ ਦਾ ਇਹਦੇ ਨਾਲ ਸਾਹਮਣੇ ਆਉਂਦਾ ਆ। ਪਰ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਕਾਰਬਨ ਟੈਕਸ ਆ ਇਹ ਵੀ ਗੈਸ ਪ੍ਰਾਈਸ ਦੇ ਉੱਤੇ ਇਹ ਜ਼ਿੰਮੇਵਾਰ ਆ ਗੈਸ ਦੀਆਂ ਕੀਮਤਾਂ ਵਧਾਉਣ ਦੇ ਲਈ ਵੀ, ਇਹ ਵੀ ਇੱਕ ਮਿਸਕਨਸੈਪਸ਼ਨ ਆ। ਅਸਲ ਦੇ ਵਿੱਚ ਸੱਚਾਈ ਇਹ ਨਹੀਂ ਆ। 11 ਸੈਂਟ ਲੀਟਰ ਦੇ ਉੱਤੇ ਲੱਗਣਾ ਇੱਕ ਓਵਰਆਲ ਦੱਸਿਆ ਜਾ ਰਿਹਾ ਕਿ ਇਹ ਇਸ ਵਾਧੇ ਦੇ ਲਈ ਜ਼ਿੰਮੇਵਾਰ ਬਹੁਤਾ ਨਹੀਂ ਆ। ਅਸਲ ਦੇ ਵਿੱਚ ਗਲੋਬਲ ਆਇਲ ਪ੍ਰਾਈਸਿਸ ਕੀ ਆ, ਉਹ ਜਿਹੜਾ ਕਿ ਕੈਨੇਡਾ ਸਰਕਾਰ ਦੇ ਵੱਸ ਵਿੱਚ ਵੀ ਨਹੀਂ ਆ, ਉਹ ਜ਼ਿੰਮੇਵਾਰ ਆ ਇਹਨਾਂ ਕੀਮਤਾਂ ਦੇ ਵਾਧੇ ਲਈ। ਫੈਡਰਲ ਕਾਰਬਨ ਟੈਕਸ ਵਧਣਾ ਆ, ਇਹ 2.2 ਸੈਂਟ ਪਰ ਲੀਟਰ ਇਸ ਸਾਲ ਹੋ ਜਾਣਾ ਆ ਤੇ ਜਿਹੜਾ ਕੰਟੀਨਿਊ ਐਸੇ ਤਰ੍ਹਾਂ ਵੱਧਦਾ ਰਹਿਣਾ ਜਦੋਂ ਤੱਕ ਇਹ $170 ਪਰ ਟਨ ਦੇ ਉੱਤੇ ਨਹੀਂ ਪਹੁੰਚ ਜਾਂਦਾ 2030 ਤੱਕ। ਇਹ ਵਧਾਉਣਾ ਹੀ ਪੈਣਾ ਆ। ਤੇ ਹੁਣ ਇਹਦੇ ਤੋਂ ਬਾਅਦ ਜਿਹੜਾ ਗੈਸ ਸਟੇਸ਼ਨ ਦੇ ਮਾਲਕ ਨੇ, ਓਨਰ ਨੇ, ਉਹ ਕਿੰਨੇ ਕਿ ਇਹਦੇ ਵਿੱਚੋਂ ਜਿਹੜੀ ਜੇ ਕੀਮਤਾਂ ਵੱਧਦੀਆਂ ਤਾਂ ਕੀ ਉਹਨਾਂ ਦਾ ਫਾਇਦਾ ਵੀ ਵੱਧ ਜਾਂਦਾ ਇਹਦੇ ਵਿੱਚ। ਇਹ ਵੀ ਦੱਸਦੇ ਆ ਕਿ ਇੱਕ ਇਲੂਜ਼ਨ ਆ, ਜਿਹੜੇ ਗੈਸ ਸਟੇਸ਼ਨ ਦੇ ਮਾਲਕ ਨੇ ਉਹ ਵੀ ਕੋਈ ਬਹੁਤ ਜ਼ਿਆਦਾ ਮਨੀ ਇਹਦੇ ਵਿੱਚੋਂ ਨਹੀਂ ਬਣਾ ਰਹੇ। ਜਿਹੜੇ ਰਿਟੇਲਰ ਨੇ ਉਹਨਾਂ ਦਾ ਮਾਰਜਨ ਬਹੁਤ ਥੋੜ੍ਹਾ ਹੁੰਦਾ ਕਿ ਜਦੋਂ ਹਰ ਇੱਕ ਅੱਜ ਜੇਕਰ ਦੇਖਿਆ ਜਾਵੇ ਕਿ ਗੈਸ ਸਟੇਸ਼ਨ ਦੇ ਉੱਤੇ ਜਦੋਂ ਤੁਸੀਂ ਟੈਂਕ ਫਿਲ ਕਰਦੇ ਆ, ਉਹ ਪਿਛਲੇ ਸਾਲ ਨਾਲੋਂ ਅੱਜ ਘੱਟ ਕਮਾਈ ਕਰ ਰਹੇ ਆ ਇਹਦੇ ਵਿੱਚੋਂ। ਉਹਨਾਂ ਦਾ ਮਾਰਜਨ ਓਨਾ ਜ਼ਿਆਦਾ ਨਹੀਂ ਆ, ਜਿਹੜਾ ਜ਼ਿਆਦਾ ਉਹ ਇਹਦੇ ਵਿੱਚੋਂ ਓਨੀ ਕਮਾਈ ਨਹੀਂ ਕਰ ਰਹੇ। ਇਹ ਵੀ ਇੱਕ ਮਿਸਕਨਸੈਪਸ਼ਨ ਦੱਸੀ ਜਾ ਰਹੀ ਆ। ਹੁਣ ਜਿਹੜੀਆਂ ਕੰਪਨੀਜ਼ ਨੇ ਜਿਹੜੀਆਂ ਗੈਸੋਲੀਨ ਜਾਂ ਦੂਜਾ ਕੁਛ ਕਰ ਰਹੀਆਂ ਨੇ ਕਰੂਡ ਆਇਲ ਤੋਂ, ਅਸਲ ਦੇ ਵਿੱਚ ਉਹ ਵੱਡਾ ਫਾਇਦਾ ਇਹਦੇ ਵਿੱਚੋਂ ਲੈ ਰਹੀਆਂ, ਜਾਂ ਇੱਦਾਂ ਕਹਿ ਲਓ ਕਿ ਉਹਨਾਂ ਨੂੰ ਵੱਡਾ ਮਾਰਜਨ ਹੈਗਾ। ਅਮਰੀਕਨ ਆਇਲ ਕੰਪਨੀਜ਼ ਜਦੋਂ ਤੁਸੀਂ ਦੇਖਦੇ ਆ ਉਹਨਾਂ ਦੇ ਵਿੱਚ ਇਹਨਾਂ ਕੰਪਨੀਆਂ ਦਾ ਟਰਨਓਵਰ ਬਹੁਤ ਜ਼ਿਆਦਾ ਪਿਛਲੇ ਸਮੇਂ ਦੇ ਵਿੱਚ ਤੇ ਉਹਨਾਂ ਦਾ ਪ੍ਰੋਫਿਟ ਪਿਛਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਵਧਿਆ ਆ। ਜਿਹੜੀਆਂ ਕੰਪਨੀਆਂ ਕਰੂਡ ਆਇਲ ਤੋਂ, ਕੱਚੇ ਤੇਲ ਤੋਂ ਗੈਸੋਲੀਨ ਜਾਂ ਡੀਜ਼ਲ ਬਣਾਉਂਦੀਆਂ। ਦੂਜੀ ਗੱਲ ਆ ਕਿ ਜੇ ਪ੍ਰੋਡਕਸ਼ਨ ਵੱਧ ਜਾਵੇ ਤਾਂ ਕੀ ਉਹਦੇ ਨਾਲ ਸਪਲਾਈ ਵੱਧ ਜਾਊਗੀ ਤੇ ਉਹਦੇ ਨਾਲ ਕੀਮਤਾਂ ਥੱਲੇ ਆ ਸਕਦੀਆਂ ਆ। ਅਮਰੀਕਾ ਦੀਆਂ ਜਿਹੜੀਆਂ ਆਇਲ ਕੰਪਨੀਜ਼ ਨੇ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਡ੍ਰਿਲਿੰਗ ਐਕਟੀਵਿਟੀ
ਜਾਣੀ ਤੇਲ ਕੱਢਣ ਦੀ ਐਕਟੀਵਿਟੀ 60% ਪਿਛਲੇ ਸਾਲ ਨਾਲੋਂ ਜ਼ਿਆਦਾ ਵਧਾ ਦਿੱਤੀ ਆ। ਤੇ ਇਹਦੇ ਵਿੱਚ ਵੀ ਜਿਹੜਾ ਦੱਸਦੇ ਆ ਕਿ ਇਹਦੇ ਨਾਲ ਵੀ ਕੈਨੇਡਾ ਨੇ ਵੀ ਜਿਹੜੀ ਆਪਣੀ ਡਰਿਲਿੰਗ ਐਕਟੀਵਿਟੀ ਆ ਅਪ੍ਰੈਲ ਦੇ ਵਿੱਚ 134% ਪਿਛਲੇ ਸਾਲ ਨਾਲੋਂ ਜ਼ਿਆਦਾ ਵਧਾਈ ਆ। ਅਲਬਰਟਾ ਦੀ ਜਿਹੜੀ ਮਿਨਿਸਟਰੀ ਆਫ ਟ੍ਰੈਜਰੀ ਬੋਰਡ ਐਂਡ ਫਾਈਨੈਂਸ ਆ ਉਹਦੇ ਅੰਕੜੇ ਦੱਸ ਰਹੇ ਨੇ ਕਿ ਜਿਹੜੀਆਂ ਐਕਸਪੋਰਟ ਕਰ ਰਹੀਆਂ ਕੰਟਰੀਜ਼ ਨੇ, ਜਿਹੜਾ ਆਰਗੇਨਾਈਜੇਸ਼ਨ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼ ਦੀ ਹੈਗੀ ਆ, ਜਿਹੜੀ 30% ਗਲੋਬਲ ਆਇਲ ਪ੍ਰੋਡਕਸ਼ਨ ਦੇ ਲਈ ਜ਼ਿੰਮੇਵਾਰ ਆ। ਜਦੋਂ ਪ੍ਰੋਡਕਸ਼ਨ ਘਟੀ ਸੀ ਪੈਂਡੈਮਿਕ ਸ਼ੁਰੂ ਹੋਣ ਦੇ ਉੱਤੇ ਤਾਂ 13 ਜਿਹੜੀਆਂ ਆਇਲ ਐਕਸਪੋਰਟਿੰਗ ਕੰਟਰੀਜ਼ ਹੈਗੀਆਂ ਉਹਨਾਂ ਨੇ ਸਾਰਾ ਕੁਝ ਹੌਲੀ ਕਰ ਦਿੱਤਾ ਸੀ, ਜਿਹਦੇ ਨਾਲ ਕਿ ਇਹ ਸਾਰੇ ਕੁਝ ਦੇ ਉੱਤੇ ਅਸਰ ਪਿਆ। ਤੇ ਹੁਣ ਜਦੋਂ ਮੰਗ ਵੱਧ ਗਈ ਤਾਂ ਉਸ ਵੇਲੇ ਇਹਦੀਆਂ ਕੀਮਤਾਂ ਉੱਤੇ ਚਲੀਆਂ ਗਈਆਂ ਦੱਸੀਆਂ ਜਾਂਦੀਆਂ ਨੇ। ਹੁਣ ਇਹ ਸਾਰੇ ਕੁਝ ਦੇ ਵਿੱਚ ਜਿਹੜੀਆਂ ਇਹ ਕੀਮਤਾਂ ਕਦੋਂ ਘੱਟ ਆਉਣਗੀਆਂ, ਇੱਕਦਮ ਦੱਸਿਆ ਜਾ ਰਿਹਾ ਕਿ ਇਹ ਘੱਟ ਨਹੀਂ ਹੋਣੀਆਂ, ਪਰ ਇਹ ਵੀ ਦੱਸਿਆ ਜਾ ਰਿਹਾ ਕਿ ਸਦਾ ਹੀ ਇੰਨੀਆਂ ਨਹੀਂ ਰਹਿਣੀਆਂ। ਅਲਟੀਮੇਟਲੀ 1 ਸਾਲ ਤੱਕ ਇਹ ਕੀਮਤਾਂ ਥੱਲੇ ਆ ਜਾਣਗੀਆਂ। ਜਿਹੜਾ ਪਿਛਲੇ ਸਮੇਂ ਦੇ ਵਿੱਚ ਵੀ ਇਹ ਅਪ ਐਂਡ ਡਾਊਨ ਹੁੰਦੇ ਰਹਿੰਦੇ ਆ। ਜਿਹੜਾ ਬੈਰਲ ਆ ਇਹਦਾ ਆਇਲ ਦੀ ਬੈਰਲ ਦਾ ਪ੍ਰਾਈਸ $100 ਤੋਂ 2014 ਦੇ ਵਿੱਚ $30 ਦੇ ਉੱਤੇ 2016 ਦੇ ਉੱਤੇ ਆ ਗਿਆ ਸੀ। ਵੱਡਾ ਡ੍ਰੌਪ ਦਾ ਕਾਰਨ ਇਹਦੇ ਦੱਸਿਆ ਜਾ ਰਿਹਾ ਸੀ ਕਿ ਪ੍ਰੋਡਕਸ਼ਨ ਤੇ ਜਿਹੜੀ ਇਹਦੀ ਨਵੀਂ ਡਿਵੈਲਪਮੈਂਟ ਇਸ ਫੀਲਡ ਦੇ ਵਿੱਚ ਹੋਈ ਸੀ। ਹੁਣ ਜਿਹੜੀ ਕੰਪਨੀ ਇਸ ਵੇਲੇ ਕਰੂਡ ਆਇਲ ਤੋਂ ਗੈਸੋਲੀਨ ਤੇ ਡੀਜ਼ਲ ਬਣਾ ਰਹੀ ਹੈ, ਜਿਵੇਂ ਸ਼ੈਲ ਆ, ਸ਼ੈਲ ਦੱਸ ਰਹੀ ਆ ਕਿ ਉਹਦਾ ਪਿਛਲੇ ਕੁਆਟਰ ਦੇ ਵਿੱਚ ਜਿਹੜਾ ਉਹਦਾ ਟ੍ਰਿਪਲ ਜਿਹੜਾ ਪ੍ਰੋਫਿਟ ਸੀਗਾ ਉਹ 3 ਗੁਣਾ ਵੱਧ ਗਿਆ ਜੇ ਉਹਨੂੰ ਕੰਪੇਅਰ ਕੀਤਾ ਜਾਵੇ ਪਿਛਲੇ ਸਮੇਂ ਦੇ ਨਾਲ। ਜਾਣੀ ਕਿ ਜਿਹੜਾ ਸਾਊਦੀ ਐਰਮੈਕੋ ਆ, ਸਾਊਦੀ ਅਰਾਬੀਆ ਦੀ ਜਿਹੜੀ ਇੱਕ ਪ੍ਰਾਇਮਰੀ ਸਟੇਟ ਓਨਡ ਆਇਲ ਕੰਪਨੀ ਆ, ਉਹਦਾ ਪ੍ਰੋਫਿਟ 82% ਵਧਿਆ, ਜਿਹੜਾ ਕਿ $40 ਬਿਲੀਅਨ ਦੇ ਨੇੜੇ ਚਲਿਆ ਗਿਆ। ਸੋ ਉਹ ਕੰਪਨੀਆਂ ਵੀ ਬਣਾ ਰਹੀਆਂ ਆ। ਤੇ ਦੂਜੀ ਗੱਲ, ਜਿਹੜੇ ਪ੍ਰੋਡਿਊਸਰਸ ਨੇ ਉਹਨਾਂ ਦੇ ਲਈ ਇਹ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਇੱਕ ਪੋਜ਼ਿਟਿਵ ਗੱਲ ਦੱਸੀ ਜਾ ਰਹੀ ਆ। ਹੁਣ ਦੱਸਿਆ ਜਾ ਰਿਹਾ ਕਿ ਜਿਹੜਾ ਗੈਸ ਪ੍ਰਾਈਸ ਆ ਉਹ ਜਦੋਂ ਇਸ ਵੇਲੇ ਸ਼ਾਰਟ ਟਰਮ ਦੇ ਵਿੱਚ ਇਹ ਡਰਾਮੈਟਿਕਲੀ ਉੱਤੇ ਥੱਲੇ ਹੁੰਦੇ ਰਹਿਣੇ ਆ, ਪਰ ਘਟਣ ਦੀ ਕੋਈ ਆਸ ਨਹੀਂ ਲੱਗਦੀ। ਪਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ 2023 ਤੱਕ ਇਹਦੀ ਕੀਮਤ ਥੱਲੇ ਆਉਣ ਦੀ ਸੰਭਾਵਨਾ ਦੱਸੀ ਜਾ ਰਹੀ ਆ। ਤੇ ਜਦੋਂ ਜਿਹੜਾ ਕਰੂਡ ਆਇਲ ਆ ਉਹਦੀ ਕੀਮਤ ਇੱਕ ਸਪੈਸੀਫਿਕ ਪੁਆਇੰਟ ਤੱਕ ਪਹੁੰਚ ਜਾਂਦੀ ਆ, ਉੱਥੇ ਜਾ ਕੇ ਫਿਰ ਕੀਮਤਾਂ ਥੱਲੇ ਜਾਣਗੀਆਂ। ਮਤਲਬ ਇਸ ਵੇਲੇ ਜਿਹੜੀ ਬੈਰਲ ਆ ਕਰੂਡ ਆਇਲ ਦੀ, ਉਹਦੀ ਕੀਮਤ $113 ਦੱਸੀ ਜਾ ਰਹੀ ਆ। ਤੇ ਅੰਦਾਜ਼ਾ ਇਹ ਆ ਕਿ 2023 ਮਈ ਤੱਕ, ਜਾਣੀ ਕਿ 1 ਸਾਲ ਬਾਅਦ ਇਹ 113 ਤੋਂ ਘਟ ਕੇ $99 ਤੇ ਆ ਜਾਣੀ ਹੈ। ਤੇ ਜਦੋਂ ਇਹ $89 ਦੇ ਉੱਤੇ ਆ ਗਈ ਤਾਂ ਕੁਦਰਤੀ ਤੌਰ ਤੇ ਗੈਸ ਦੀਆਂ ਕੀਮਤਾਂ ਘਟ ਜਾਣਗੀਆਂ। ਜਿਹੜਾ ਰਸ਼ੀਆ ਯੂਕਰੇਨ ਦਾ ਮਾਮਲਾ, ਉਹਦਾ ਵੀ ਸਿੱਧਾ ਅਸਰ ਇਹਦੀਆਂ ਕੀਮਤਾਂ ਦੇ ਉੱਤੇ ਪਿਆ। ਨਾ ਇਹਦੇ ਲਈ ਟੈਕਸ ਜ਼ਿੰਮੇਵਾਰ ਨੇ ਬਹੁਤਾ, ਮਤਲਬ ਵੱਡੀ ਗਿਣਤੀ, ਜਿਹੜਾ ਜੇ ਉਹਨੂੰ 100 ਕੱਢਿਆ ਜਾਵੇ ਤਾਂ ਉਹਦੇ ਵਿੱਚ ਥੋੜ੍ਹਾ ਜਿਹਾ ਫੈਕਟਰ ਟੈਕਸ ਦਾ ਆ, ਥੋੜ੍ਹਾ ਜਿਹਾ ਫੈਕਟਰ ਇਹਨਾਂ ਦਾ ਜਿਹੜੇ ਗੈਸ ਸਟੇਸ਼ਨ ਵਾਲੇ ਨੇ, ਥੋੜ੍ਹਾ ਜਿਹਾ ਫੈਕਟਰ ਉਹਦੇ ਵਿੱਚ ਜਿਹੜੀਆਂ ਕੰਪਨੀਆਂ ਇਹਨੂੰ ਰਿਫਾਈਨ ਕਰ ਰਹੀਆਂ, ਤੇ ਵੱਡੀ ਚੀਜ਼ ਜਿਹੜੀ ਆ ਕਰੂਡ ਆਇਲ ਦੀ ਕੀਮਤ ਇਹਦੇ ਲਈ ਜ਼ਿੰਮੇਵਾਰ ਦੱਸੀ ਜਾ ਰਹੀ ਹੈ, ਜਿਹੜੀ ਸ਼ਾਇਦ ਕੈਨੇਡਾ ਸਰਕਾਰ ਦੇ ਵੱਸ ਵਿੱਚ ਨਹੀਂ ਹੈ। ਅਗਲੀ ਖਬਰ ਇੱਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡੈਂਟਿਸਟ ਦੀ ਆ ਰਹੀ ਆ ਕਿ ਜੇਕਰ ਤੁਸੀਂ ਦੰਦਾਂ ਨੂੰ ਠੀਕ ਠਾਕ ਕਰਵਾਉਣ ਦੇ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਆ ਤਾਂ ਲਾਈਨ ਲੰਬੀ ਹੁੰਦੀ ਜਾ ਰਹੀ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮੱਸਿਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਰ ਜ਼ਿਆਦਾ ਵੱਧ ਸਕਦੀ ਹੈ। BC ਡੈਂਟਲ ਹਾਈਜੀਨਿਸਟ ਐਸੋਸੀਏਸ਼ਨ ਨੇ ਇਹ ਗੱਲਬਾਤ ਦੱਸੀ ਆ ਕਿ ਸਰਟੀਫਾਈਡ ਡੈਂਟਲ ਅਸਿਸਟੈਂਸ ਦੀ ਕਮੀ ਆ ਤੇ ਡੈਂਟਲ ਹਾਈਜੀਨਿਸਟ ਦੀ ਸ਼ਾਰਟੇਜ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਜਿਹੜਾ ਇੱਕ ਸਮੱਸਿਆ ਪੈਦਾ ਕਰ ਰਿਹਾ ਕਿ ਲੋਕਾਂ ਨੂੰ ਜ਼ਿਆਦਾ ਇਸ ਮਾਮਲੇ ਦੇ ਵਿੱਚ ਸਮੱਸਿਆ ਆ ਰਹੀ ਹੈ। ਬਹੁਤ ਸਾਰੇ ਹੈਲਥ ਸਿਸਟਮ ਦੇ ਉੱਤੇ ਕਈ ਸਵਾਲ ਪਿਛਲੇ ਸਮੇਂ ਦੇ ਵਿੱਚ ਆਏ ਆ, ਲੋਕਾਂ ਨੂੰ ਨੀ ਰਿਪਲੇਸਮੈਂਟ ਦੇ ਲਈ ਜਾਂ ਫੈਮਿਲੀ ਡਾਕਟਰਸ ਹੀ ਹੈ ਨਹੀਂ। ਇਹ ਡੈਂਟਲ ਵਾਲਾ ਜਿਹੜਾ ਮਾਮਲਾ ਸੀ, ਇਸ ਮਾਮਲੇ ਦੇ ਵਿੱਚ ਵੀ ਹੁਣ ਸਮੱਸਿਆ ਆ ਰਹੀ ਆ, ਕਿਉਂਕਿ ਇਸ ਪਾਸੇ ਜਿਹੜੀ ਸਰਟੀਫਾਈਡ ਡੈਂਟਲ ਅਸਿਸਟੈਂਟਸ, ਜਿਨ੍ਹਾਂ ਨੂੰ CDAs ਕਿਹਾ ਜਾਂਦਾ ਆ, ਤੇ ਉਹਨਾਂ ਦੇ ਨਾਲ ਡੈਂਟਲ ਹਾਈਜੀਨਿਸਟ, ਇਹਨਾਂ ਦੋਵਾਂ ਦੀ ਕਮੀ ਹੈ। ਡੈਂਟਲ ਸਰਜਨ ਹੈਗੇ ਨੇ, ਦੂਜੇ ਸਾਰਾ ਕੁਛ ਹੈਗੇ, ਡਾਕਟਰ ਹੈਗੇ ਆ, ਪਰ CDAs ਸਰਟੀਫਾਈਡ ਡੈਂਟਲ ਅਸਿਸਟੈਂਟਸ ਤੇ ਡੈਂਟਲ ਹਾਈਜੀਨਿਸਟ ਉਹ ਇਸ ਫੀਲਡ ਦੇ ਵਿੱਚ ਨਾ ਹੋਣ ਕਰਕੇ ਇਸ ਵੇਲੇ ਹਾਰਡ ਟਾਈਮ ਦੇ ਵਿੱਚੋਂ ਲੰਘਣਾ ਪੈ ਰਿਹਾ। ਇਹ ਕਹਿੰਦੇ ਹਾਇਰ ਕਰਨਾ ਚਾਹੁੰਦੇ ਆ ਪਰਮਾਨੈਂਟ ਬੇਸਿਸ ਦੇ ਉੱਤੇ, ਪਰ ਮਾਰਕੀਟ ਦੇ ਵਿੱਚ ਅਵੇਲੇਬਿਲਟੀ ਹੈ ਨਹੀਂ। ਜਿਹੜੀਆਂ ਏਜੰਸੀਜ਼ ਆ ਉਹ ਦੱਸ ਰਹੀਆਂ ਆ ਇਹਨਾਂ ਦੇ ਵੇਜਸ ਵੀ ਕਾਫੀ ਜ਼ਿਆਦਾ ਹੁੰਦੇ ਆ,
ਪਰ ਉਹਨੇ ਲੌਂਗ ਟਰਮ ਰਿਲੇਸ਼ਨਸ਼ਿਪ ਪੇਸ਼ੈਂਟ ਦੇ ਵਿੱਚ ਉਸ ਤਰੀਕੇ ਦੇ ਨਾਲ ਬਣਦੇ ਨਹੀਂ ਆ। ਜਿਹੜੇ ਹੁਣ ਜਿਹੜੇ ਡੈਂਟਲ ਹਾਈਜੀਨਿਸਟ ਨੇ ਇਹ ਇੰਡੀਪੈਂਡੈਂਟ ਹੁੰਦੇ ਨੇ, ਮਤਲਬ ਇਹ ਜਿਹੜੇ ਡੈਂਟਿਸਟ ਦੀ ਡਾਇਰੈਕਸ਼ਨ ਦੇ ਅੰਡਰ ਕੰਮ ਨਹੀਂ ਕਰਦੇ। ਤੇ ਜਿਹੜੇ ਇਹਨਾਂ ਦੇ ਉੱਤੇ ਜਿਹੜੇ ਡੈਂਟਲ ਅਸਿਸਟੈਂਟਸ ਨੇ ਉਹ ਡੈਂਟਿਸਟ ਦੇ ਨਾਲ ਕੰਮ ਕਰਦੇ ਨੇ। ਇਹਨਾਂ ਦੋਵਾਂ ਖੇਤਰਾਂ ਦੇ ਵਿੱਚ ਕਮੀ, ਦੰਦਾਂ ਦੀ ਦੇਖਭਾਲ ਦੇ ਵਿੱਚ ਇੱਕ ਸਮੱਸਿਆ ਆ ਰਹੀ ਆ। ਇਹ ਗੱਲਬਾਤ ਉਸ ਵੇਲੇ ਹੋਰ ਚਿੰਤਾ ਵਾਲੀ ਹੋ ਜਾਂਦੀ ਆ ਜਦੋਂ ਨਵੀਂ ਫੈਡਰਲ ਡੈਂਟਲ ਪ੍ਰੋਗਰਾਮ ਨੇ ਲਾਗੂ ਹੋ ਜਾਣਾ ਇਸ ਸਾਲ ਦੇ ਆਖਰ ਤੱਕ। ਜਿਹੜਾ ਪ੍ਰਪੋਜ਼ਲ NDP ਨੇ ਦਿੱਤਾ ਸੀ, ਜਿਹਦੇ ਤੇ ਜਿਹੜਾ ਲਿਬਰਲ NDP ਐਗਰੀਮੈਂਟ ਦੇ ਤਹਿਤ ਜਿਹੜਾ ਲਾਗੂ ਹੋਣਾ ਆ, ਕਿ ਫੈਡਰਲ ਬਜਟ ਦੇ ਵਿੱਚ ਇਹ ਪ੍ਰੋਮਿਸ ਕੀਤਾ ਗਿਆ ਕਿ ਡੈਂਟਲ ਕੇਅਰ ਅਵੇਲੇਬਲ ਹੋਊਗੀ ਉਹਨਾਂ ਪਰਿਵਾਰਾਂ ਦੇ ਲਈ ਜਿਹੜਿਆਂ ਦੇ ਬੱਚੇ 12 ਸਾਲ ਤੋਂ ਘੱਟ ਦੇ ਨੇ ਇਸ ਸਾਲ ਦੇ ਆਖਰ ਤੱਕ, ਤੇ ਜਿਨ੍ਹਾਂ ਦੀ ਹਾਊਸ ਹੋਲਡ ਇਨਕਮ 70,000 ਸਾਲਾਨਾ ਤੋਂ ਘੱਟ ਆ। ਕਿਉਂਕਿ ਸ਼ਾਰਟੇਜ ਇਸ ਵੇਲੇ ਆ ਰਹੀ ਆ। ਉਸ ਵੇਲੇ ਇਸ ਡੈਂਟਲ ਪਲਾਨ ਦੇ ਵਿੱਚ ਹੋਰ ਬਹੁਤ ਸਾਰੇ ਲੋਕ ਜਦੋਂ ਸ਼ਾਮਲ ਹੋ ਜਾਣਗੇ ਤਾਂ ਇਹ ਸਮੱਸਿਆ ਦੱਸਦੇ ਆ ਹੋਰ ਜ਼ਿਆਦਾ ਵੱਡੀ ਹੋ ਸਕਦੀ ਆ। ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿਣ ਵਾਲੇ ਲੋਕ ਇਸ ਸਮੱਸਿਆ ਦੇ ਨਾਲ ਜੂਝ ਰਹੇ ਆ। ਲਗਾਤਾਰ ਪਿਛਲੇ ਕਾਫੀ ਸਮੇਂ ਤੋਂ ਬੇਬੀ ਫਾਰਮੂਲਾ ਸ਼ਾਰਟੇਜ ਦੀ ਗੱਲਬਾਤ ਕਰਦੇ ਆ ਰਹੇ ਹਾਂ। ਯੂਨਾਈਟਿਡ ਸਟੇਟਸ ਦੇ ਵਿੱਚ ਲਗਾਤਾਰ ਇਹਦੀ ਕਮੀ ਉਸੇ ਤਰ੍ਹਾਂ ਆ, ਤੇ ਇਹਦਾ ਹੁਣ ਵੱਡਾ ਅਸਰ ਕੈਨੇਡੀਅਨ ਮਾਰਕੀਟ ਦੇ ਉੱਤੇ ਪੈਣਾ ਸ਼ੁਰੂ ਕਰ ਦਿੱਤਾ ਕਿ ਜਿਹੜੇ ਪੇਰੈਂਟਸ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਵੇਲੇ ਲਿਖ ਰਹੇ ਆ ਕਿ ਉਹਨਾਂ ਨੂੰ ਬੇਬੀ ਫਾਰਮੂਲਾ ਇਨਫੈਂਟ ਜਾਂ ਟੌਡਲਰਸ ਦੇ ਨਹੀਂ ਮਿਲ ਨਹੀਂ ਰਿਹਾ। ਅਮਰੀਕਾ ਦੇ ਵਿੱਚ ਰਾਸ਼ਟਰਪਤੀ ਜੋ ਬਾਈਡਨ ਨੇ ਆਪ ਸਿੱਧਾ ਦਖਲ ਦੇ ਕੇ ਕਿਹਾ ਸੀ ਕਿ ਅਸੀਂ ਇਹਨੂੰ ਠੀਕ ਠਾਕ ਕਰ ਰਹੇ ਹਾਂ। ਉੱਥੇ ਬਾਹਰੋਂ ਇਹਦੇ ਜਿਹੜੀਆਂ ਉਹ ਆਉਣੇ ਵੀ ਸ਼ੁਰੂ ਹੋ ਚੁੱਕਾ ਹੈ, ਪਰ ਹੁਣ ਇਹਦਾ ਜਦੋਂ ਤੱਕ ਇਹ ਅਮਰੀਕਾ ਦੀ ਮਾਰਕੀਟ ਦੇ ਵਿੱਚ ਪਹੁੰਚਦਾ ਤੇ ਕਦੋਂ ਤੱਕ ਇਹ ਕੈਨੇਡਾ ਦੀ ਮਾਰਕੀਟ ਦੇ ਵਿੱਚ ਪਹੁੰਚਦਾ, ਇਹਦਾ ਅਜੇ ਜਿਹੜਾ ਸਮਾਂ ਲੱਗਣਾ। ਤੇ ਉਸ ਵੇਲੇ ਤੱਕ ਕੈਨੇਡਾ ਦੇ ਵਿੱਚ ਪੈਨਿਕ ਬਾਇੰਗ ਸ਼ੁਰੂ ਹੋ ਚੁੱਕੀ ਹੈ, ਮਤਲਬ ਕਿਉਂਕਿ ਸ਼ਾਰਟੇਜ ਆ। ਨਿੱਤ ਅਖਬਾਰਾਂ ਦੀ ਸੁਰਖੀ ਹੁੰਦੀ ਆ ਜੋ ਅਮਰੀਕਾ ਦੇ ਰਾਸ਼ਟਰਪਤੀ ਇਹਦੇ ਵਿੱਚ ਆਪ ਦਖਲ ਦੇ ਰਹੇ ਆ ਕਿ ਕਿਸ ਤਰ੍ਹਾਂ ਇਹਨੂੰ ਇੰਪੋਰਟ ਕਰਨਾ ਹੈ ਤੇ ਕਿਸ ਤਰ੍ਹਾਂ ਇਹਨੂੰ ਦੀ ਘਾਟ ਨੂੰ ਪੂਰੀ ਕਰਨਾ। ਤੇ ਲੋਕਾਂ ਦਾ ਡਰਨਾ ਸੁਭਾਵਿਕ ਹੀ ਹੈ। ਲੋਕਾਂ ਨੇ ਜਿੰਨਾ ਫਾਰਮੂਲਾ ਸਟੋਰਾਂ ਦੇ ਵਿੱਚ ਪਿਆ ਸੀ ਉਹ ਚੱਕ ਲਿਆ, ਤੇ ਹੁਣ ਸਟੋਰਾਂ ਦੀਆਂ ਸ਼ੈਲਫਸ ਜਿਹੜੀਆਂ ਉਹ ਖਾਲੀ ਹੋ ਗਈਆਂ। ਤਾਂ ਹੁਣ ਜਿਹੜਾ ਬੇਬੀ ਫਾਰਮੂਲਾ ਕੈਨੇਡਾ ਦੇ ਵਿੱਚ ਕਿਉਂਕਿ ਓਨਾ ਬਣਦਾ ਨਹੀਂ ਆ, ਤੇ ਇਸ ਕਰਕੇ ਇਹ ਆਉਣਾ ਵੀ ਆ। ਤੇ ਅਮਰੀਕਾ ਦੇ ਵਿੱਚ ਫੈਕਟਰੀ ਜਿਹੜੀ ਬੰਦ ਹੋ ਗਈ ਸੀ, ਹੁਣ ਚੰਗੀ ਖਬਰ ਭਾਵੇਂ ਆ ਚੁੱਕੀ ਆ ਕਿ ਐਬਟ ਨੇ ਆਪਣਾ ਮਿਸ਼ੀਗਨ ਵਾਲਾ ਪਲਾਂਟ ਜਿਹੜਾ ਅਗਲੇ 2 ਹਫ਼ਤਿਆਂ ਦੇ ਵਿੱਚ ਖੋਲ੍ਹਣ ਦਾ ਫੈਸਲਾ ਕਰ ਲਿਆ। 17 ਫਰਵਰੀ ਨੂੰ ਕੰਪਨੀ ਨੇ ਪਲਾਂਟ ਬੰਦ ਕਰ ਦਿੱਤਾ ਸੀ ਕਿਉਂਕਿ ਅਮਰੀਕਾ ਦੇ ਵਿੱਚ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਕਿਹਾ ਸੀ ਕਿ ਇਹਦੇ ਵਿੱਚ ਇੱਕ ਕੰਟੈਮੀਨੇਟਡ ਬੈਕਟੀਰੀਆ ਆ ਜਿਹਦੇ ਨਾਲ ਸਮੱਸਿਆ ਪੈਦਾ ਹੋ ਸਕਦੀ ਆ। ਸੋ ਹੁਣ ਜੇ ਉਹ ਰੀਓਪਨ ਹੋ ਜਾਂਦਾ ਤਾਂ ਨਾਰਥ ਅਮਰੀਕਾ ਦੇ ਵਿੱਚ ਇਹ ਸਾਰਾ ਕੁਝ ਠੀਕ ਠਾਕ ਹੋ ਜਾਊਗਾ, ਪਰ ਇਹ ਬੇਬੀ ਫਾਰਮੂਲਾ ਜਾਂ ਤਾਂ ਇੱਥੇ ਤੱਕ ਪਹੁੰਚਣ ਦੇ ਵਿੱਚ ਬਹੁਤ ਵੱਡਾ ਅਜੇ ਸਮਾਂ ਲੱਗੂਗਾ। ਇਸ ਕਰਕੇ ਜਿਹੜੇ ਬੇਬੀ ਫਾਰਮੂਲੇ ਦੀ ਕਮੀ ਕੈਨੇਡਾ ਦੇ ਵਿੱਚ ਇੱਕ ਵੱਡੀ ਸਮੱਸਿਆ ਬਣਦੀ ਜਾ ਰਹੀ ਆ। ਕਦੋਂ ਇਹ ਬੇਬੀ ਫਾਰਮੂਲਾ ਉੱਥੇ ਬਣਨਾ ਸ਼ੁਰੂ ਹੁੰਦਾ, ਕਦੋਂ ਇਹਦੀ ਸਪਲਾਈ ਕੈਨੇਡਾ ਦੇ ਵਿੱਚ ਪੂਰੀ ਹੁੰਦੀ ਆ, ਲੋਕ ਇਸ ਗੱਲਬਾਤ ਤੋਂ ਕਾਫੀ ਅੱਜ ਦੇ ਦਿਨ ਦੇ ਉੱਤੇ ਚਿੰਤਤ ਨੇ। 23 ਮਈ ਦਾ ਦਿਨ ਸਾਡੇ ਲਈ ਕੈਨੇਡਾ ਦੇ ਵਿੱਚ ਬਹੁਤ ਮਹੱਤਵਪੂਰਨ ਆ। ਜਿਹੜੇ ਲੋਕ ਭਾਰਤ ਤੋਂ ਪੰਜਾਬ ਤੋਂ ਜਨਮ ਲੈ ਕੇ ਇੱਥੇ ਆਏ ਆ, ਕਿਉਂਕਿ 23 ਮਈ 1914 ਨੂੰ ਕਾਮਾਗਾਟਾ ਮਾਰੂ ਜਹਾਜ਼ ਵੈਨਕੂਵਰ ਪਹੁੰਚਿਆ ਸੀ। 108 ਸਾਲ ਤੋਂ ਬਾਅਦ ਅੱਜ ਜਦੋਂ ਅਸੀਂ ਇੱਥੇ ਵੈਨਕੂਵਰ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਤਾਂ ਅਸੀਂ ਉਹਨਾਂ ਪਰਿਵਾਰਾਂ ਦੇ ਕੋਲ ਆਏ ਹਾਂ ਜਿਨ੍ਹਾਂ ਦੇ ਪੁਰਖੇ ਉਸ ਜਹਾਜ਼ ਦੇ ਵਿੱਚ ਸ਼ਾਮਲ ਸੀ। ਜਸਵਿੰਦਰ ਸਿੰਘ ਤੂਰ ਹੁਣਾਂ ਦੇ ਗ੍ਰੈਂਡਫਾਦਰ ਪੂਰਨ ਸਿੰਘ ਜਨੇਤਪੁਰਾ ਉਸ ਜਹਾਜ਼ ਦੇ ਵਿੱਚ ਸਨ। ਉਹਦੇ ਤੋਂ ਬਾਅਦ ਜੋ ਕੁਛ ਕਾਮਾਗਾਟਾ ਮਾਰੂ ਜਹਾਜ਼ ਦੇ ਨਾਲ ਹੋਇਆ ਅਸੀਂ ਸਾਰੇ ਕੁਛ ਤੋਂ ਭਲੀ ਭਾਂਤ ਜਾਣੂ ਹਾਂ। ਉਸ ਵੇਲੇ ਜਿਹੜੇ ਉਸ ਜਹਾਜ਼ ਦੇ ਮੁਸਾਫਰਾਂ ਨਾਲ ਧੱਕਾ ਹੋਇਆ ਸੀ, ਵਿਤਕਰਾ ਹੋਇਆ ਸੀ, ਕੈਨੇਡਾ ਦੀਆਂ ਸਰਕਾਰਾਂ ਨੇ ਉਹਨਾਂ ਦੇ ਵਾਰਸਾਂ ਨੂੰ ਪੁੱਛਿਆ ਸੀ ਕਿ ਤੁਹਾਨੂੰ ਕਿੰਨੀ ਕੰਪਨਸੇਸ਼ਨ ਚਾਹੀਦੀ ਆ। ਚਾਹੁੰਦੇ ਤਾਂ ਕਈ ਮਿਲੀਅਨ ਡਾਲਰ ਲੈ ਸਕਦੇ ਸੀ, ਪਰ ਉਹਨਾਂ ਨੇ ਕਿਹਾ ਅਸੀਂ ਆਪਣੇ ਬਜ਼ੁਰਗਾਂ ਦਾ ਸੌਦਾ ਨਹੀਂ ਕਰਨਾ। ਉਹਨਾਂ ਨੇ ਇਹਦੇ ਬਦਲੇ ਸਰਕਾਰ ਤੋਂ ਕੁਛ ਮੰਗਿਆ ਸੀ। ਉਹ ਕੀ ਮੰਗਿਆ ਸੀ? ਉਹ ਇਹ ਮੰਗਿਆ ਸੀ ਕਿ ਉਸ ਇਤਿਹਾਸ ਨੂੰ ਸਕੂਲਾਂ ਦੇ ਸਿਲੇਬਸ ਦਾ ਹਿੱਸਾ ਬਣਾਇਆ ਜਾਵੇ। ਕੈਨੇਡਾ ਦੀ ਸਰਕਾਰ ਵੱਲੋਂ ਮਾफ़ੀ ਮੰਗੀ ਗਈ ਸੀ ਉਸ ਸਾਰੇ ਵਰਤਾਰੇ ਬਾਰੇ। ਹੁਣ ਇੱਕ ਇੱਕ ਕਰਕੇ ਉਹਨਾਂ ਦੀਆਂ ਉਹ ਮੰਗਾਂ ਪੂਰੀਆਂ ਕੀਤੀਆਂ ਜਾ ਰਹੀਆਂ ਨੇ। ਅੱਜ ਅਸੀਂ ਉਹਨਾਂ ਦੇ ਨਾਲ ਖਾਸ ਤੌਰ 'ਤੇ ਗੱਲਬਾਤ ਕਰਨੀ ਹੈ। ਜਸਵਿੰਦਰ ਸਿੰਘ ਤੂਰ ਸਾਡੇ ਨਾਲ ਨੇ। ਤੂਰ ਸਾਹਿਬ, ਜਿਹੜੀ ਮੰਗ ਤੁਸੀਂ ਸਰਕਾਰ ਨੂੰ ਕੀਤੀ ਆ ਲੰਬੇ ਸਮੇਂ ਤੋਂ, ਪੂਰੀ ਹੋ ਰਹੀ ਹੈ ਔਰ ਕੀ ਹਾਲਤ ਆ ਇਸ ਵੇਲੇ? ਹਾਂਜੀ, ਇਹ ਅਸੀਂ ਚਾਹੁੰਦੇ ਸੀਗੇ ਕਿ ਜਿਹੜੀ ਮਾफ़ੀ ਆ ਇਹ ਪਾਰਲੀਮੈਂਟ 'ਚ ਮੰਗੀ ਜਾਵੇ, ਨਾ ਕਿ ਮੇਲਿਆਂ ਦੇ ਵਿੱਚ। ਅਸੀਂ ਉਦੋਂ ਹੀ ਉਹ ਮਾਫ਼ੀ ਰਿਜੈਕਟ ਕਰਦੀ ਸੀ। ਅਤੇ ਫਿਰ ਇਹ ਜਦੋਂ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਬਣੇ ਉਦੋਂ ਪਹਿਲਾਂ
ਮੈਂ ਗੱਲ ਕੀਤੀ ਸੀ ਪ੍ਰਾਈਮ ਮਿਨਿਸਟਰ ਦੇ ਨਾਲ 2 ਵਾਰੀ ਇਲੈਕਸ਼ਨਾਂ ਤੋਂ ਪਹਿਲਾਂ। ਉਹ ਕਹਿੰਦੇ ਸੀ ਅਸੀਂ ਮਾਫੀ ਮੰਗਾਂਗੇ ਪਾਰਲੀਮੈਂਟ 'ਚ। ਸ਼ੋਰਟਲੀ ਮੇਰਾ ਖਿਆਲ ਹੈ 4 ਕੁ ਹਫ਼ਤੇ ਹਜੇ ਬਣੇ ਨੂੰ ਆਉਣੇ ਆ ਉਹਨਾਂ ਨੂੰ। ਮੈਂ ਚਿੱਠੀ ਲਿਖੀ, ਉਹਨਾਂ ਦਾ ਜਵਾਬ ਆ ਗਿਆ। ਕਹਿੰਦੇ ਵੀ ਉਦੋਂ ਮੈਲਨੀ ਸੀਗੇ ਹੈਰੀਟੇਜ ਮਿਨਿਸਟਰ ਆਨਰੇਬਲ, ਅਤੇ ਉਹਨਾਂ ਨੇ ਫਿਰ ਜਨਵਰੀ 'ਚ ਮੇਰੇ ਨਾਲ ਗੱਲ ਸ਼ੁਰੂ ਕੀਤੀ ਸੀ 2018 ਦੇ ਵਿੱਚ। ਮਿਡ ਜਨਵਰੀ 2018 ਤੋਂ ਮਾਰਚ ਤੱਕ ਸਾਡੀਆਂ ਕਈ ਫੋਨ 'ਤੇ ਕਨਵਰਸੇਸ਼ਨ ਹੋਈਆਂ, ਮੀਟਿੰਗਾਂ ਹੋਈਆਂ, ਤੁਸੀਂ ਕੀ ਚਾਹੁੰਦੇ ਹੋ। ਅਤੇ ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਸਾਨੂੰ ਇਹ ਸਕੂਲਾਂ ਦੇ ਵਿੱਚ ਪੜ੍ਹਾਇਆ ਜਾਣਾ ਚਾਹੀਦਾ। ਅਤੇ ਇਹਨਾਂ ਦੀਆਂ ਜਿਹੜੀਆਂ ਯਾਦਗਾਰ ਆ ਉਹ ਹਰ ਇੱਕ ਸ਼ਹਿਰ, ਵੱਡੇ ਸ਼ਹਿਰਾਂ 'ਚ ਬਣਨੀਆਂ ਚਾਹੀਦੀਆਂ। ਉਹ ਸਾਰੀਆਂ ਕਹਿੰਦੇ ਵੀ ਐਗਰੀ ਆ। ਅਤੇ ਬਾਕੀ ਜਿਹੜੀ ਮੇਨ ਗੱਲ ਆ ਉਹ ਮਾਫੀ ਪਾਰਲੀਮੈਂਟ ਦੇ ਵਿੱਚ ਚਾਹੀਦੀ ਆ, ਇਹ ਸਾਡੀ ਵੱਡੀ ਮੰਗ ਆ। ਅਤੇ ਕਹਿੰਦੇ ਹੋਰ ਮੈਂ ਕਿਹਾ, ਕਹਿੰਦੇ ਕੰਪਨਸੇਸ਼ਨ। ਮੈਂ ਕਿਹਾ ਵੀ ਨਹੀਂ, ਸਾਡੇ ਬਜ਼ੁਰਗਾਂ ਨੂੰ ਅਸੀਂ ਵੇਚਣਾ ਨਹੀਂ, ਅਸੀਂ ਉਹਨਾਂ 'ਚੋਂ ਨਹੀਂ ਜਿਹੜੇ ਕੰਪਨਸੇਸ਼ਨ ਲੈਣ ਵਾਲੇ ਆ। ਅਤੇ ਉਹ ਬਹੁਤ ਹੈਰਾਨ ਹੋਏ ਇਹ ਗੱਲ ਸੁਣ ਕੇ, ਕਿਉਂਕਿ ਆਮ ਤੌਰ 'ਤੇ ਕੰਪਨਸੇਸ਼ਨ ਪਹਿਲਾਂ ਮੰਗਦੇ ਆ ਲੋਕ। ਪਹਿਲੀ ਵਾਰ ਜੇ ਹਿਸਟਰੀ 'ਚ ਹੋਇਆ ਜਦੋਂ ਕਿ ਕਿਸੇ ਇਹੋ ਜਿਹਾ ਹਾਦਸਾ ਹੋਇਆ ਵੇ ਅਤੇ ਕੰਪਨਸੇਸ਼ਨ ਨਾ ਮੰਗੀ ਹੋਵੇ। ਪਹਿਲਾਂ ਬਹੁਤ ਸਾਰੇ ਲੋਕ ਕੰਪਨਸੇਸ਼ਨ ਲੈ ਗਏ ਸੀਗੇ, ਅੱਡੋ ਅੱਡ ਜੋ ਉਹਨਾਂ ਦੇ ਨਾਲ ਵਿਤਕਰਾ ਹੋਇਆ ਸੀਗਾ। ਅਤੇ ਉਹਨਾਂ ਨੇ ਬੜੀ ਖੁਸ਼ੀ ਉਹ ਕਹਿੰਦੇ ਹੁਣ ਅਸੀਂ ਗੱਲ ਹੀ ਤੁਹਾਡੇ ਨਾਲ ਕਰਨੀ ਆ, ਪਰਿਵਾਰਾਂ ਦੇ ਨਾਲ। ਅਤੇ ਉਹਨਾਂ ਨੇ ਫਿਰ ਗੱਲ ਕੀਤੀ। ਮੇਰੇ ਖਿਆਲ ਮਾਰਚ ਦੇ ਐਂਡ 'ਚ ਮੇਰਾ ਖਿਆਲ ਸਿਰਫ ਇੱਕ ਪਰਿਵਾਰਾਂ ਨੂੰ ਛੱਡ ਕੇ ਹੋਰ ਕਿਸੇ ਨੂੰ ਇਹਦੇ ਬਾਰੇ ਨਹੀਂ ਸੀ ਪਤਾ। ਫਿਰ ਉਹਨਾਂ ਨੇ ਅਪ੍ਰੈਲ 'ਚ ਅਨਾਊਂਸ ਕਰਤਾ, ਮੈਨੂੰ ਦੱਸਿਆ ਹੋਇਆ ਸੀ। ਸੋ ਇਹ ਜਿਹੜੀਆਂ ਮਾਫੀ ਫਿਰ 18 ਮਈ 2016 ਨੂੰ ਪ੍ਰਾਈਮ ਮਿਨਿਸਟਰ ਸਾਹਿਬ ਨੇ ਮੰਗੀ, ਜਿੱਥੇ ਕਿ ਸਾਰੇ ਹੀ ਪਰਿਵਾਰਾਂ ਨੂੰ ਉਹਨਾਂ ਨੇ ਸੱਦਾ ਪੱਤਰ ਭੇਜਿਆ। ਆਪ ਦੇ ਹੱਥੀਂ ਉਹਨਾਂ ਦੀ ਜਿਹੜੀ ਆਈ ਸੀ ਸਾਨੂੰ ਮੇਲ ਵੀ ਇਹ ਪ੍ਰਾਈਮ ਮਿਨਿਸਟਰ ਨੇ ਖਾਸ ਤੌਰ 'ਤੇ ਤੁਹਾਨੂੰ ਭੇਜੀ ਆ। ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਸਾਡੇ ਲਈ ਹੋਟਲ ਵਗੈਰਾ ਵੀ ਪਰਿਵਾਰਾਂ ਲਈ ਬੁੱਕ ਕੀਤੇ ਸੀਗੇ, ਅਤੇ ਬੜਾ ਇੱਜ਼ਤ ਮਾਣ ਉਹਨਾਂ ਨੇ ਸਾਡਾ ਕੀਤਾ। ਅਤੇ ਫਿਰ ਉਸ ਤੋਂ ਇਹ ਜਿਹੜੀਆਂ ਮੰਗਾਂ ਸੀ ਸਾਡੀਆਂ, ਇਹ ਫਿਰ ਹੌਲੀ ਹੌਲੀ ਕਰਕੇ ਪੂਰੀਆਂ ਹੋਣੀਆਂ ਸ਼ੁਰੂ ਹੋ ਗਈਆਂ। ਅਤੇ ਜਿਸ ਤਰ੍ਹਾਂ ਕਿ ਵੈਨਕੂਵਰ ਸਿਟੀ ਦੇ ਵਿੱਚ ਤਾਂ ਪਹਿਲਾਂ ਹੀ ਮੋਨੂਮੈਂਟ ਬਣਿਆ ਸੀ, ਉਹ ਹਾਰਪਰ ਸਾਹਿਬ ਬਣਾ ਗਏ ਸੀਗੇ। ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸਰੀ ਆਫ ਸਿਟੀ ਆ, ਇਹਨਾਂ ਨੇ ਨਾਂ ਫਿਰ ਅਸੀਂ ਡਿਸੈਂਡੈਂਟਸ ਆਫ ਕਾਮਾਗਾਟਾ ਮਾਰੂ ਸੁਸਾਇਟੀ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਇਹ ਬਹੁਤ ਸਾਰੇ ਲੋਕ ਸਾਡੇ ਇੱਥੇ ਰਹਿੰਦੇ ਨੇ, ਸਾਡੇ ਪੰਜਾਬੀ ਲੋਕ ਅਤੇ ਜਾਂ ਸਾਡੇ ਭਾਰਤੀ ਲੋਕ, ਸਾਊਥ ਏਸ਼ੀਅਨ ਲੋਕ, ਵੀ ਤੁਸੀਂ ਇੱਥੇ ਕੋਈ ਸਟਰੀਟ ਦਾ ਨਾਂ ਰੱਖੋ। ਫਿਰ ਡੱਗ ਮਕੱਲਮ ਸਾਹਿਬ ਨੇ ਸਾਡੀ ਰਿਕੁਐਸਟ ਦੇ ਉੱਤੇ ਨਾਂ ਵੀ ਰੱਖਿਆ ਕਾਮਾਗਾਟਾ ਮਾਰੂ ਸਟਰੀਟ, ਅਤੇ ਪਾਰਕ ਦੇ ਵਿੱਚ ਵੀ ਉਹ ਤੁਸੀਂ ਪੜ੍ਹ ਸਕਦੇ ਹੋ ਵੀ ਉੱਥੇ ਵੀ ਕੀਤਾ। ਫਿਰ ਡੈਲਟਾ ਵਾਲਿਆਂ ਨੇ ਵੀ ਪਾਰਕ ਦੇ ਵਿੱਚ ਇਹਦੀ ਯਾਦਗਾਰ ਬਣਾਈ। ਔਰ ਉਸ ਤੋਂ ਇਲਾਵਾ ਫਿਰ ਸਿਟੀ ਆਫ ਵੈਨਕੂਵਰ, ਜਿਹਦਾ ਕਿ ਬਹੁਤ ਵੱਡਾ ਰੋਲ ਸੀ। ਉਦੋਂ ਉਹਨਾਂ ਦਾ ਮੇਅਰ ਬਹੁਤ ਰੇਸਿਸਟ ਸੀਗਾ, ਉਹਨੇ ਕਹਿੰਦਾ ਸੀਗਾ ਵੀ ਇਹ ਹਿੰਦੂ ਆ, ਇਹਨਾਂ ਨੂੰ ਵਾਪਸ ਭੇਜੋ। ਉਹਦਾ ਬਹੁਤ ਜ਼ਿਆਦਾ ਰੋਲ ਸੀਗਾ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਨੂੰ ਵਾਪਸ ਭੇਜਣ ਦਾ। ਫਿਰ ਅਸੀਂ ਜਿਹੜੇ ਉੱਥੋਂ ਦੇ ਕੈਨੇਡੀ ਸਟੂਅਰਡ ਆ, ਮੈਂ ਆਪਣੇ ਮੇਅਰ ਆ ਵੈਨਕੂਵਰ ਦੇ, ਅਸੀਂ ਉਹਨਾਂ ਨਾਲ ਗੱਲਬਾਤ ਕੀਤੀ। ਇਹ ਸਾਡੀ 2 ਮਹੀਨੇ ਉਹਨਾਂ ਨੇ ਕਮੇਟੀ ਸੈੱਟ ਕਰਤੀ, ਜਿਹਦੇ 'ਚ ਪਰਿਵਾਰ ਸੀ ਅਤੇ ਉਹਨਾਂ ਦੇ ਆਪ ਦੇ ਆਫਿਸ ਦਾ ਸਟਾਫ ਸੀ। ਫਿਰ ਅਸੀਂ ਪਰਿਵਾਰਾਂ ਦੇ ਵਿੱਚ, ਜਿਹਦੇ ਵਿੱਚ ਮੈਂ ਵੀ ਸ਼ਾਮਲ ਸੀ, ਅਤੇ ਇਸ ਲਈ ਉਹ ਫਿਰ ਜਿਹੜੀ ਬਾਕੀ ਹੋਰ ਵੀ ਪਰਿਵਾਰਾਂ ਦੇ ਮੈਂਬਰ ਸ਼ਾਮਲ ਸੀ। ਅਤੇ ਫਿਰ ਇਹ ਮਾਫੀ ਆ ਜਿਹੜੀ ਉਹਨਾਂ ਨੇ ਪਿਛਲੇ ਸਾਲ ਮੰਗ ਲਈ ਸੀਗੀ, ਪਰ ਉਹ ਕਿਉਂਕਿ ਕੋਵਿਡ ਦੇ ਦਿਨ ਸੀ, ਉਹ ਵਰਚੁਅਲ ਸੀ ਸਾਰਾ ਕੁਛ ਆਨਲਾਈਨ। ਅਤੇ ਹੁਣ ਪਿਛਲੇ ਹਫ਼ਤੇ 18 ਤਰੀਕ ਨੂੰ ਅਤੇ ਉਹਨਾਂ ਨੇ ਸਾਨੂੰ ਸਪੈਸ਼ਲੀ ਸੱਦ ਕੇ ਅਤੇ ਉੱਥੇ ਸਨਮਾਨਿਤ ਵੀ ਕੀਤਾ, ਅਤੇ ਪ੍ਰੋਕਲੇਮੇਸ਼ਨ ਉਹਦੇ ਸਾਨੂੰ ਦਿੱਤਾ ਗਿਆ, ਅਤੇ ਜਿਹਦੀਆਂ ਮੈਂ ਤੁਹਾਨੂੰ ਪਿਕਚਰਸ ਵਗੈਰਾ ਭੇਜ ਦੂੰਗਾ। ਅਤੇ ਉਹਨਾਂ ਨੇ ਬੜਾ ਕੈਨੇਡੀ ਸਟੂਅਰਡ ਦਾ ਅਸੀਂ ਬਹੁਤ ਧੰਨਵਾਦੀ ਹਾਂ ਮੇਅਰ ਸਾਹਿਬ ਦਾ। ਔਰ ਬੜੇ ਸਾਨੂੰ ਖੁੱਲ੍ਹਦਿਲੀ ਦੇ ਨਾਲ ਉਹਨਾਂ ਨੇ ਮਾਫੀ ਮੰਗੀ, ਨਾ ਕਿ ਉਹਨਾਂ ਨੇ ਪਿਛਲੇ ਸਾਲ ਮਾਫੀ ਨਹੀਂ ਮੰਗੀ ਚਾਹੁੰਦੀ ਦੀ। ਹੁਣ ਕੋਵਿਡ ਦਾ ਥੋੜ੍ਹਾ ਜਿਹਾ ਘਟਿਆ ਹੋਇਆ, ਅਤੇ ਸਨਮਾਨਿਤ ਵੀ ਕੀਤਾ ਉਹਨਾਂ ਨੇ ਸਿਟੀ ਹਾਲ ਦੇ ਵਿੱਚ ਸੱਦ ਕੇ। ਸਾਰੇ ਕਾਉਂਸਲਰ ਵਗੈਰਾ ਉੱਥੇ ਇਕੱਠੇ ਹੋਏ ਸੀਗੇ। ਅਤੇ ਉਸ ਤੋਂ ਇਲਾਵਾ ਸਿਟੀ ਆਫ ਵਿਨਾਪੈਗ ਲਾ ਲਓ, ਟੋਰਾਂਟੋ ਲਾ ਲਓ, ਉਹ ਸਾਰੇ ਕਿਤੇ ਉਹਨਾਂ ਦੇ ਹੁਣ ਮੋਨੂਮੈਂਟ ਹੋਏ ਆ। ਔਰ ਸਭ ਤੋਂ ਵੱਡੀ ਗੱਲ ਆ ਕਿ ਪਹਿਲਾਂ ਕਾਮਾਗਾਟਾ ਮਾਰੂ ਆਇਆ, ਕਾਮਾਗਾਟਾ ਮਾਰੂ ਚਲਿਆ ਗਿਆ, ਇੱਕੋ ਲਾਈਨ ਹੁੰਦੀ ਸੀ। ਫਿਰ ਅਸੀਂ ਰਿਕੁਐਸਟ ਕੀਤੀ ਹੈ BC ਗਵਰਨਮੈਂਟ ਨੂੰ, ਔਰ BC ਗਵਰਨਮੈਂਟ ਨੇ ਇਹ ਹੁਣ ਐਜ਼ ਚੈਪਟਰ ਦੇ ਤੌਰ 'ਤੇ ਪੜ੍ਹਾਇਆ ਜਾ ਰਿਹਾ। ਪਰ ਅਸੀਂ ਮੰਗ ਕਰਦੇ ਹਾਂ ਕਿ ਇਹਨੂੰ ਥੋੜ੍ਹਾ ਜਿਹਾ ਹੋਰ ਵਿਸਤਾਰ ਦੇ ਨਾਲ ਦੱਸਣਾ ਚਾਹੀਦਾ। ਜਿਵੇਂ ਫੋਰ ਐਗਜ਼ਾਮਪਲ ਕਿ ਉਹ ਵਾਪਸ ਚਲੇ ਗਏ, ਉਹਨਾਂ ਨੂੰ ਕਿਹਾ ਜਾਂਦਾ ਵੀ ਇਹ ਤਾਂ ਇਮੀਗ੍ਰੈਂਟ ਸੀਗੇ, ਰਿਫਿਊਜੀ ਆਏ ਸੀ, ਵਾਪਸ ਚਲੇ ਗਏ। ਉਹ ਰਿਫਿਊਜੀ ਨਹੀਂ ਸੀ, ਉਹਨਾਂ ਦਾ ਉਹ ਆਪਦਾ ਉਹਨਾਂ ਕੋਲੇ ਬ੍ਰਿਟਿਸ਼ ਪਾਸਪੋਰਟ ਸੀਗੇ, ਰਾਈਟ। ਉਹਨਾਂ ਦੇ ਕੋਲੇ ਉਹ 2000 ਰੁਪਈਆ ਉਦੋਂ ਹੈੱਡ ਟੈਕਸ ਹੁੰਦਾ ਸੀ, 200 ਰੁਪਈਆ ਮੇਰਾ ਖਿਆਲ ਕਿ ਜਾਂ ਇੰਨਾ ਕੁ ਹੁੰਦਾ ਸੀ। ਉਹ ਆਪਦਾ ਹੈੱਡ ਟੈਕਸ ਵੀ ਲੈ ਕੇ ਆਏ ਸੀ ਨਾਲ।
ਤੇ ਜਦੋਂ ਉਹ ਵਾਪਸ ਗਏ ਆ ਫਿਰ ਉਹ ਜਾ ਕੇ ਬੈਠੇ ਨਹੀਂ, ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ, ਉਹਨਾਂ ਤੇ 21 22 ਸ਼ਹੀਦ ਕਰ ਦਿੱਤੇ ਗਏ। ਉਹਨਾਂ ਨੂੰ, ਮੇਰੇ ਗ੍ਰੈਂਡਫਾਦਰ ਨੂੰ ਤੇ ਬਾਕੀਆਂ ਨੂੰ ਜਿਹੜੀ ਜੇਲ੍ਹ ਹੋਈ ਉੱਥੇ, ਤੇ ਉਹ 5 ਸਾਲ ਉਹਨਾਂ ਨੇ ਜੇਲ੍ਹ ਕੱਟੀ, ਪਰ ਉਹ ਜੇਲ੍ਹ ਕੱਟ ਕੇ ਵਾਪਸ ਨਹੀਂ ਘਰੇ ਆਏ। ਉਹ ਫਿਰ ਆਜ਼ਾਦੀ ਦੀ ਲੜਾਈ ਦੀ ਜੰਗ ਲੱਭੀ। ਸਾਡਾ ਦੇਸ਼ ਜੇ ਆਜ਼ਾਦ ਨਾ ਹੋਇਆ ਤਾਂ ਹੀ ਸਾਡੇ ਨਾਲ ਆ ਕੁਛ ਹੁੰਦਾ ਰਹੂਗਾ। ਸਾਡੇ ਨਾਲ ਜੋ ਕੁਛ ਵੀ ਹੋਇਆ ਇਹ ਸਾਡਾ ਦੇਸ਼ ਨਹੀਂ ਸੀ ਆਜ਼ਾਦ ਤਾਂ ਹੋਇਆ। ਤੇ ਸਾਰੀ ਉਮਰ ਉਹਨਾਂ ਨੇ ਤੇ ਉਹਨਾਂ ਦੇ ਛੋਟੇ ਭਰਾ ਬਾਬਾ ਹਜ਼ਾਰਾ ਸਿੰਘ ਨੇ, ਸਾਰੀ ਉਮਰ ਜੇਲ੍ਹਾਂ ਹੀ ਕੱਟੀਆਂ। ਇਸ ਜਿੰਨੀ ਦੇਰ ਦੇਸ਼ 1947 'ਚ ਆਜ਼ਾਦ ਨਹੀਂ ਹੋ ਗਿਆ। 1962 ਦੇ ਵਿੱਚ ਜਾ ਕੇ ਫਿਰ ਉਦੋਂ ਪੰਜਾਬ ਪ੍ਰਤਾਪ ਸਿੰਘ ਕਿਆਰੋਂ, ਉਹ ਉਦੋਂ ਚੀਫ ਮਿਨਿਸਟਰ ਹੋਇਆ ਕਰਦੇ ਸੀ। ਉਹਨਾਂ ਨੇ 1962 'ਚ ਨਾਨਾ ਜੀ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਉਹਨਾਂ ਦੇ ਨਾਂ ਦੇ ਉੱਤੇ ਪਿੰਡ ਦੇ ਵਿੱਚ ਹਸਪੀਟਲ ਸਾਡੇ ਪਰਿਵਾਰ ਵੱਲੋਂ ਬਣਾਇਆ ਗਿਆ, ਜਿਹਦਾ ਅੱਧਾ ਖਰਚ ਗਵਰਨਮੈਂਟ ਨੇ ਦਿੱਤਾ ਸੀਗਾ। ਇਹ ਪਿੰਡ ਕਿਹੜਾ ਤੇ ਕਿੱਥੇ ਕਾ ਜੀ? ਇਹ ਪਿੰਡ ਹੈਗਾ ਜਨੇਤਪੁਰਾ ਤੇ ਇਹ ਜਗਰਾਵਾਂ ਦੇ ਕੋਲੇ ਆ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਆਲਰਾਈਟ, ਥੈਂਕ ਯੂ। ਦੋਸਤੋ, ਅਸੀਂ ਸਰਦਾਰ ਜਸਵਿੰਦਰ ਸਿੰਘ ਤੂਰ ਹੋਣਾ ਦੇ ਨਾਲ ਗੱਲਬਾਤ ਕੀਤੀ। ਅੱਜ ਦੇ ਦਿਨ ਗੱਲਬਾਤ ਕਰਨ ਦੀ ਖਾਸ ਵਜ੍ਹਾ ਇਹੀ ਆ ਕਿ ਸਾਨੂੰ ਯਾਦ ਰਹਿਣਾ ਚਾਹੀਦਾ, ਸਾਨੂੰ ਯਾਦ ਰੱਖਣਾ ਚਾਹੀਦਾ ਆਪਣੇ ਉਹਨਾਂ ਬਜ਼ੁਰਗਾਂ ਨੂੰ, ਕਿਹੜੀਆਂ ਹਾਲਤਾਂ ਦੇ ਵਿੱਚ ਪਹਿਲੀ ਵਾਰ ਇੱਥੇ ਪਹੁੰਚੇ ਸੀ, ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਧੱਕਾ ਹੋਇਆ, ਵਾਪਸ ਮੋੜਿਆ ਗਿਆ, ਉੱਥੇ ਜਾ ਕੇ ਉਹਨਾਂ ਦੇ ਨਾਲ ਕੀ ਹੋਇਆ। ਸਾਨੂੰ ਅੱਜ ਦੇ ਦਿਨ ਘੱਟੋ ਘੱਟ ਇਸ ਚੀਜ਼ ਨੂੰ ਯਾਦ ਜ਼ਰੂਰ ਰੱਖਣਾ ਚਾਹੀਦਾ। ਕੈਮਰਾਮੈਨ ਅਮਿਤ ਮਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਅਸੀਂ ਅੱਜ ਇੱਕ ਮਾਮਲੇ ਬਾਰੇ ਗੱਲਬਾਤ ਕਰਨ ਦੇ ਲਈ EMC ਇੰਸ਼ੋਰੈਂਸ ਪਹੁੰਚੇ ਹਾਂ। ਮਾਮਲਾ ਇਹ ਆ, ਵਹੀਕਲ ਦੇ ਪਿੱਛੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀ ਲਾਇਸੈਂਸ ਪਲੇਟ ਹੁੰਦੀ ਆ ਉਹਦੇ ਥੱਲੇ ਡੈਕਲ ਲੱਗਿਆ ਹੁੰਦਾ, ਜਿਹੜਾ ਇੱਕ ਸਟਿੱਕਰ ਲੱਗਿਆ ਹੁੰਦਾ ਜਿਹਦੇ ਉੱਤੇ ਇਹ ਦੱਸਿਆ ਹੁੰਦਾ ਕਿ ਇਹ ਗੱਡੀ ਦਾ ਇੰਸ਼ੋਰੈਂਸ ਕਦੋਂ ਐਕਸਪਾਇਰ ਆ। ਜਿੱਦਾਂ ਇੱਥੇ 21 ਜੂਨ 2022 ਲਿਖਿਆ ਆ। ਕਈ ਗੱਡੀਆਂ ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਚੱਲਦੀਆਂ ਸਾਨੂੰ ਨਜ਼ਰ ਆ ਰਹੀਆਂ, ਜਿਹੜੀਆਂ 1 ਮਈ, 5 ਮਈ, 10 ਮਈ, 12 ਮਈ ਨੂੰ ਐਕਸਪਾਇਰ ਹੋਈਆਂ, ਪਰ ਇਹ ਡੈਕਲਸ, ਇਹ ਸਟਿੱਕਰ ਉਹਨਾਂ ਦੇ ਪਿੱਛੇ ਉਸੇ ਤਰ੍ਹਾਂ ਲੱਗੇ ਨੇ ਅਜੇ ਵੀ। ਹੁਣ ਪਤਾ ਇਹ ਲੱਗਦਾ ਕਿ ਇਹ ਹੁਣ ਜ਼ਰੂਰੀ ਨਹੀਂ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਡੈਕਲਸ ਲਾਉਣੇ। ਪਹਿਲਾਂ ਕੀ ਹੁੰਦਾ ਸੀ, ਕੋਈ ਗੱਡੀ ਅੱਗੇ ਜਾਂਦੀ ਸੀ ਸਾਡੇ, ਉਹਦੇ ਉੱਤੇ ਮੰਨ ਲਓ ਕਿ ਜਿਹੜਾ ਉਹ ਐਕਸਪਾਇਰਡ ਹੁੰਦਾ ਸੀ, ਜਾਂ ਕਈ ਵਾਰੀ ਬੰਦੇ ਨੂੰ ਚੇਤਾ ਭੁੱਲਿਆ ਹੁੰਦਾ ਸੀ, ਅਸੀਂ ਉਹਨੂੰ ਦੱਸ ਦਿੰਦੇ ਸੀ ਕਿ ਭਾਈ ਤੇਰਾ ਇੰਸ਼ੋਰੈਂਸ ਜਿਹੜਾ ਐਕਸਪਾਇਰ ਆ, ਡੇਟ ਦੇਖ ਕੇ ਪਤਾ ਲੱਗ ਜਾਂਦਾ ਸੀ। ਪੁਲਿਸ ਵੀ ਇਸ ਸਟਿੱਕਰ ਨੂੰ, ਇਸ ਡੈਕਲ ਨੂੰ ਦੇਖ ਕੇ ਦੱਸਦੀ ਸੀ, ਉਹਨੂੰ ਪਤਾ ਲੱਗ ਜਾਂਦਾ ਸੀ ਕਿ ਇੰਸ਼ੋਰੈਂਸ ਜਿਹੜਾ ਐਕਸਪਾਇਰ ਆ। ਹੁਣ ਕਈ ਇੱਦਾਂ ਦੇ ਇਨਸੀਡੈਂਟਸ ਸਾਹਮਣੇ ਆ ਰਹੇ ਆ ਜਿਹਦੇ ਵਿੱਚ ਅਗਲੀ ਗੱਡੀ ਵਾਲੇ ਨੂੰ ਪਿਛਲੀ ਗੱਡੀ ਵਾਲਾ ਇਸ਼ਾਰਾ ਕਰਕੇ ਰੋਕ ਕੇ ਦੱਸ ਰਿਹਾ ਕਿ ਭਾਈ ਤੇਰੇ ਪਿੱਛੇ ਜਿਹੜਾ ਇੰਸ਼ੋਰੈਂਸ ਆ ਉਹ ਐਕਸਪਾਇਰ ਆ। ਮਾਮਲਾ ਕੀ ਹੈ ਇਹ? ਹੁਣ ਇਹ ਡੈਕਲ ਜ਼ਰੂਰੀ ਨਹੀਂ ਦੱਸੇ ਜਾ ਰਹੇ। ਗੁਰਨੀਤ ਕੌਰ ਹੋਣਾ ਤੋਂ ਅਸੀਂ ਇਹ ਜਾਣਕਾਰੀ ਲੈਂਦੇ ਹਾਂ। ਗੁਰਨੀਤ ਜੀ, 10 ਮਈ, 12 ਮਈ, 1 ਮਈ ਕਈਆਂ ਦੇ ਐਕਸਪਾਇਰਡ ਇਹ ਡੈਕਲਸ ਪਿੱਛੇ ਲੱਗੇ, ਕੀ ਮਾਮਲਾ ਜੀ? ਸੋ ਬੇਸਿਕਲੀ ਪਹਿਲਾਂ ਤਾਂ ਮੈਂ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ ਚਾਹੁੰਦੀ ਹਾਂ। ਸੋ ਇਫੈਕਟਿਵ May 1 ICBC ਨੇ ਇਹ ਲੈਮੀਨੇਟ ਕਰਤੇ ਜਿੰਨੇ ਵੀ ਡੈਕਲ ਆਪਾਂ ਜਦੋਂ ਰਿਨੂਅਲ ਕਰਦੇ ਸੀ ਜਾਂ ਨਿਊ ਪਲੇਟ ਆਪਾਂ ਕੋਈ ਵਹੀਕਲ ਬਾਏ ਕਰਦੇ ਸੀ, ਨਵੀਂ ਪਲੇਟ ਲਾਉਂਦੇ ਸੀਗੇ, ਆਪਾਂ ਨੂੰ ਸਟਿੱਕਰ ਦਿੱਤਾ ਜਾਂਦਾ ਸੀ ਡਿਫਰੈਂਟਲੀ। ਸਾਰੇ ਈਅਰ ਦਾ ਡਿਫਰੈਂਟ ਕਲਰ ਹੁੰਦੇ ਸੀ, ਗ੍ਰੀਨ ਦੇ ਵਿੱਚ, ਫਿਰ ਔਰੰਜ ਦੇ ਵਿੱਚ, ਐਵਰੀ ਈਅਰ ਦਾ ਨਵਾਂ ਕਲਰ ਹੁੰਦਾ ਸੀ, ਜਸਟ ਟੂ ਸ਼ੋ ਦੈਟ ਦੇ ਹੈਵ ਅ ਵੈਲਿਡ ਕਵਰੇਜ ਔਨ ਦਾ ਪਾਲਿਸੀ। ਜਿੱਦਾਂ ਤੁਸੀਂ ਹੁਣੇ ਮੈਂਸ਼ਨ ਕੀਤਾ ਵੀ ਹਾਂਜੀ ਪਿਛਲੀਆਂ ਕਾਰਾਂ ਵਾਲੇ ਦੱਸ ਦਿੰਦੇ ਸੀ ਵੀ ਤੁਹਾਡੀ ਐਕਸਪਾਇਰ ਆ। ਹੁਣ May 1 ਤੋਂ ICBC ਨੇ ਸਾਰੇ ਡੈਕਲਸ ਐਲੀਮੀਨੇਟ ਕਰਤੇ ਆ, ਰਿਟਾਇਰ ਕਰਤੇ ਆ। ਸੋ ਦੇਰ ਵਿਲ ਬੀ ਨੋ ਡੈਕਲ ਔਨ ਦਾ ਵਹੀਕਲਸ। ਜਿਹੜੀਆਂ ਇਫੈਕਟਿਵ May 1 ਔਨਵਰਡ ਕੋਈ ਵੀ ਰਿਨੂਅਲਸ ਹੋਣੀਆਂ ਉਹਨਾਂ ਤੇ ਡੈਕਲ ਨਹੀਂ ਲਾਇਆ ਜਾ ਰਿਹਾ। ਤੁਸੀਂ ਦੇਖ ਸਕੋਗੇ ਪਾਲਿਸੀਆਂ ਜਾਂ ਵਹੀਕਲਸ ਦੇ ਉੱਤੇ ਐਕਸਪਾਇਰ ਡੈਕਲ ਲੱਗੇ ਹੋ ਜਦੋਂ ਵਧੀ ਜਾਂਦੇ ਆਪਾਂ ਨੈਕਸਟ ਈਅਰ ਦੇ ਹੈੱਡ ਵੱਲ ਨੂੰ। ਤੇ ਇਹ ਉਹਨਾਂ ਨੇ ਕਿਹਾ ਵੀ ਹੁਣ ਅੱਗੇ ਤੋਂ ਮਿਲਣੇ ਨਹੀਂ, ਤੇ ਜਿਹੜੇ ਪਿਛਲੇ ਲੱਗੇ ਰਹਿਣਗੇ ਕਿ ਲਾ ਦੇਣ? ਸੋ ਉਹਨਾਂ ਨੇ ਕਿਹਾ ਇਹ ਡੈਕਲ ਤੁਸੀਂ ਕਲਾਇੰਟ ਲਾ ਸਕਦਾ ਆ, ਰਿਮੂਵ ਕਰ ਸਕਦਾ ਆ, ਇਹਨੂੰ ਕਵਰ ਕਰ ਸਕਦਾ ਆ, ਇਹਨੂੰ ਇੱਦਾਂ ਹੀ ਐਕਸਪਾਇਰ ਵੀ ਰੱਖ ਸਕਦਾ। ਤੇ ਜੇ ਇੱਦਾਂ ਵੀ ਰੱਖ ਸਕਦਾ, ਮਤਲਬ ਕਈ ਲੋਕਾਂ ਨੂੰ ਹੁੰਦਾ ਕਿ ਸਾਨੂੰ ਡੇਟ ਯਾਦ ਰਹਿ ਜਾਂਦੀ, ਇੱਦਾਂ ਵੀ ਰੱਖੇ ਜਾ ਸਕਦੇ? ਇੱਦਾਂ ਵੀ ਰੱਖੇ ਜਾ ਸਕਦੇ ਆ। ਕਸਟਮਰ ਤੇ ਉਹਨਾਂ ਨੇ ਛੱਡ ਦਿੱਤਾ ਹੈ, ਤੁਸੀਂ ਇਹਨੂੰ ਕਵਰ ਕਰਨਾ, ਕਵਰ ਕਰ ਲਓ। ਉਹਨਾਂ ਨੇ ਕਿਹਾ ਵੀ ਤੁਸੀਂ ਇਹ 'ਤੇ ਕੋਈ ਵੀ ਸ਼ਾਈਨੀ ਚੀਜ਼ ਨਾ ਲਾਓ, ਰਾਈਟ, ਜਿੰਨਾ ਤੁਹਾਡੀ ਉਹਨਾਂ ਨੂੰ ਵਿਜ਼ਿਬਿਲਿਟੀ 'ਚ ਪ੍ਰੋਬਲਮ ਹੋਵੇ ਪਲੇਟ ਦੇਖਣ ਦੀ, ਬਟ ਤੁਸੀਂ ਬਲੈਕ ਮਾਰਕਰ ਦੇ ਨਾਲ ਕਵਰ ਕਰ ਸਕਦੇ ਆ, ਟੇਪ ਨਾਲ ਤੁਸੀਂ ਟੇਪ ਲਾ ਸਕਦੇ ਆ, ਤੁਸੀਂ ਰੱਖਣਾ ਇੱਦਾਂ ਰੱਖ ਸਕਦੇ ਆ, ਰਿਮੂਵ ਕਰਨਾ ਰਿਮੂਵ ਕਰ ਸਕਦੇ। ਤੁਹਾਡਾ ਕਹਿਣ ਦਾ ਮਤਲਬ ਕਿ 1 ਮਈ ਤੋਂ ਬਾਅਦ ਇਹਦਾ ਹੁਣ ਕੋਈ ਮਤਲਬ ਨਹੀਂ ਰਹਿ ਗਿਆ? 1 ਮਈ ਤੋਂ ਬਾਅਦ ਇਹਦੇ ਤੇ ਅੱਗੇ 2 ਡੈਕਲ ਆਦੇ ਸੀ। ਪਹਿਲਾਂ ਇੱਕ ਡੇ ਵਾਲਾ ਜਿਹੜਾ ਦੱਸਦਾ ਸੀ ਵੀ
ਇੰਨੀ ਤਰੀਕ ਨੂੰ ਮੁੱਕਣੀ ਆ ਤੇ ਇਸ ਮਹੀਨੇ ਨੂੰ ਮੁੱਕਣੀ ਆ। ਨਾ ਹੁਣ ਡੇ ਵਾਲਾ ਰਹਿ ਗਿਆ, ਨਾ ਹੁਣ ਈਅਰ ਵਾਲਾ ਰਹਿ ਗਿਆ। ਸੋ ਦੋਨੇ ਡੈਕਲ ਐਗਜ਼ਿਸਟ ਨਹੀਂ ਹੁਣ ਕਰਦੇ, ਭਾਵੇਂ ਉਹ ਛੋਟੀ ਕਾਰ ਹੈ ਚਾਹੇ ਉਹ ਵੱਡਾ ਸੈਮੀ ਟਰੱਕ ਹੈ, ਕਿਸੇ ਤੇ ਵੀ ਡੈਕਲ ਨਹੀਂ ਲਾਇਆ ਜਾ ਰਿਹਾ ਹੁਣ। ਇਹ ਕੀਤਾ ਕਿਉਂ? ਇਹ ਤੇ ਪਹਿਲਾਂ ਕਿਉਂ ਕੀਤਾ ਜਾਂਦਾ ਸੀ? ਇਹਦਾ ਕਾਰਨ ਕੀ ਹੈ ਜੀ? ਸੋ ਬੇਸਿਕਲੀ ਇਹ ICBC ਕਾਫੀ ਟਾਈਮ ਤੋਂ ਆਨਲਾਈਨ ਜਾਣ ਦੀ ਕੋਸ਼ਿਸ਼ ਕਰ ਰਹੀ ਸੀ। ਜਦੋਂ ਆਪਣੇ ਪੈਂਡੈਮਿਕ ਹੋਇਆ ਆ, ICBC ਨੂੰ ਸਭ ਤੋਂ ਜ਼ਿਆਦਾ ICBC ਰਿਨੂਅਲ ਕਰਨ ਦੇ ਵਿੱਚ ਸਾਰਿਆਂ ਨੂੰ ਜ਼ਿਆਦੀਆਂ ਔਖੀਆਂ ਆਈਆਂ, ਬਿਕੋਜ਼ ਆਨਲਾਈਨ ਤੁਸੀਂ ਘਰ ਬੈਠੇ ਨਹੀਂ ਕਰ ਸਕਦੇ ਸੀ, ਤੁਹਾਨੂੰ ਫਿਜ਼ੀਕਲੀ ਡੈਕਲ ਲੱਗਿਆ ਹੋਣਾ ਚਾਹੀਦਾ ਸੀਗਾ। ਸੋ ਉਹ ਚੀਜ਼ ਨੂੰ ਮੱਦੇ ਨਜ਼ਰ ਕਰਦੇ ਹੋਏ ਤੋ ਇਹਨਾਂ ਨੇ ਇਹ ਆਨਲਾਈਨ ਰਿਨੂਅਲ ਇੰਟਰੋਡਿਊਸ ਕੀਤੀ ਆ। ਆਨਲਾਈਨ ਰਿਨੂਅਲ ਤਾਂ ਹੀ ਪੋਸੀਬਲ ਸੀਗੀ ਕਿਉਂਕਿ ਇਹ ਡੈਕਲ ਤੁਸੀਂ ਜਾਂ ਤਾਂ ਕਲਾਇੰਟ ਨੂੰ ਮੇਲ ਕੀਤੇ ਜਾਂਦੇ, ਵਿਚ ਵਿਲ ਬੀ ਲਾਈਕ ਲੋਟ ਆਫ ਵਰਕ। ਸੋ ਇਸ ਕਰਕੇ ਉਹਨਾਂ ਨੇ ਆਨਲਾਈਨ ਰਿਨੂਅਲਸ ਵੀ ਇਫੈਕਟਿਵ May 1 ਤੋਂ ਹੀ ਲਾਂਚ ਹੋਈਆਂ ਆ ਤੇ ਨਾਲ ਹੀ ਉਹਨਾਂ ਨੇ May 1 ਤੋਂ ਡੈਕਲ ਜਿਹੜੇ ਆ ਉਹ ਵੀ ਲੈਮੀਨੇਟ ਕਰਤੇ ਆ। ਸੋ ਬੇਸਿਕਲੀ ICBC ਨੇ ਜਿੰਨੇ ਵੀ ਇਹ ਸਟicker ਸੀਗੇ, ਜਿੱਦਾਂ ਹੁਣ ICBC ਦਿੰਦੀ ਸੀਗੀ, ਉਹਨਾਂ ਦੇ ਇੰਸਟੈਡ ਉਹਨਾਂ ਨੇ 1 ਟਾਈਮ ਗ੍ਰਾਂਟ RCMP ਨੂੰ ਦੇ ਦਿੱਤੀ। ਸੋ ਉਹ ਜਿਹੜੇ 2 ਮਿਲੀਅਨ RCMP ਨੂੰ ਦਿੱਤੇ, ਉਹਨਾਂ ਨੇ ਆਪਣੇ ਜਿਹੜੇ ਸਕੈਨਿੰਗ ਡਿਵਾਈਸਿਸ ਸੀਗੇ ਉਹ ਅਪਗ੍ਰੇਡ ਕਰਕੇ ਇੰਸਟੈਡ ਆਫ ਡੈਕਲ ਸਕੈਨ ਕਰਦੀਆਂ ਸੀ ਜਿਹੜੀਆਂ ਪਹਿਲਾਂ ਡਿਵਾਈਸਿਸ, ਹੁਣ ਉਹ ਸਟicker ਨੂੰ ਨਹੀਂ ਸਕੈਨ ਕਰਦੀਆਂ, ਉਹ ਪਲੇਟ ਨੂੰ ਸਕੈਨ ਕਰਦੀਆਂ। ਸੋ ਇਸ ਕਰਕੇ ਪੁਲਿਸਮੈਨ ਕੈਨ ਸਟਿਲ ਸੀ ਦੈਟ ਤੁਹਾਡੇ ਤੇ ਇੰਸ਼ੋਰੈਂਸ ਹੈਗੀ ਆ ਜਾਂ ਨਹੀਂ ਹੈਗੀ। ਹਾਂ, ਇੰਡੀਵਿਜੂਅਲ ਨਹੀਂ ਦੇਖ ਸਕਦਾ ਪਰ ਪੁਲਿਸਮੈਨ ਸਟਿਲ ਕੈਨ ਸੀ ਦੈਟ। ਥੈਂਕ ਯੂ ਵੈਰੀ ਮਚ, ਮਿਹਰਬਾਨੀ। ਦੋਸਤੋ, ਗੁਰਨੀਤ ਕੌਰ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ 1 ਮਈ ਤੋਂ ਇਹ ਨਵਾਂ ਨਿਯਮ ਲਾਗੂ ਹੋ ਚੁੱਕਿਆ, ਪਰ ਬਹੁਤਿਆਂ ਨੂੰ ਇਸ ਗੱਲ ਬਾਰੇ ਜਾਣਕਾਰੀ ਨਹੀਂ ਤੇ ਕਈ ਵਾਰੀ ਲੋਕ ਘਬਰਾ ਜਾਂਦੇ ਆ ਇਹ ਚੀਜ਼ ਦੇਖ ਕੇ ਕਿ ਜਿਹੜਾ ਅੱਗੇ ਵਹੀਕਲ ਜਾ ਰਿਹਾ ਉਹਦਾ ਇੰਸ਼ੋਰੈਂਸ ਐਕਸਪਾਇਰ ਆ ਤੇ ਇਸ ਕਰਕੇ ਕਈ ਵਾਰੀ ਉਹਨੂੰ ਦੱਸਣ ਦਾ ਯਤਨ ਕਰਦੇ। ਸੋ 1 ਮਈ ਤੋਂ ਬਾਅਦ ਹੁਣ ਜਿਹੜਾ ਪਿੱਛੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡੈਕਲ ਲੱਗਦਾ ਸੀ, ਸਟicker ਲੱਗਦਾ ਸੀ, ਇਹਦਾ ਕੋਈ ਵੀ ਅਰਥ ਨਹੀਂ ਰਹਿ ਗਿਆ। ਕੈਮਰਾਮੈਨ ਅਮਿਤ ਪਨੇਸਰ ਨਾਲ, ਜਿਸ ਕਾਰਨ ਚੈਨਲ ਪੰਜਾਬੀ ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।